हाँ जी दोस्तों, सत श्री अकाल जी। स्वागत है तुहाडा स्टडी फाइटर्स ਦੇ ਵਿੱਚ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਹਰਿਆਣਾ ਦੇ ਵਿੱਚ TGT ਪੰਜਾਬੀ ਅਧਿਆਪਕ ਦੀਆਂ 104 ਪੋਸਟਾਂ ਆ ਚੁੱਕੀਆਂ ਨੇ ਤੇ ਇਸ ਅਧਿਆਪਕ ਭਰਤੀ ਦੇ ਲਈ ਆਪਾਂ ਨੇ ਇੱਕ ਬੈਚ ਸਟਾਰਟ ਕੀਤਾ ਹੈ, ਜਿਸ ਦੇ ਵਿੱਚ ਆਪਾਂ ਪੰਜਾਬੀ ਦਾ ਸਾਰਾ ਸਿਲੇਬਸ ਕਵਰ ਕਰਨ ਵਾਲੇ ਹਾਂ। ਸਿਲੇਬਸ ਨੂੰ ਸਾਰੇ ਨੂੰ ਕਵਰ ਕਰਨ ਦੀ ਆਪਣੀ ਜ਼ਿੰਮੇਵਾਰੀ ਹੋਏਗੀ। ਬਿਲਕੁਲ ਬਰੀਕੀ ਦੇ ਨਾਲ ਆਪਾਂ ਸਿਲੇਬਸ ਨੂੰ ਸਟਾਰਟ ਕਰਕੇ ਅੱਗੇ ਹਾਈ ਲੈਵਲ ਤੱਕ ਦਾ, ਜਿੱਥੋਂ ਤੱਕ ਵੀ ਹਾਈ ਲੈਵਲ ਦੇ ਕੁਐਸਚਨ ਜਿਹੜੇ ਬਣ ਸਕਦੇ ਨੇ, ਉਹ ਸਾਰਾ ਕੁਝ ਆਪਾਂ ਇਸ ਸਿਲੇਬਸ ਦੇ ਵਿੱਚ, ਇਸ ਬੈਚ ਦੇ ਵਿੱਚ ਆਪਾਂ ਕਵਰ ਕਰਾਂਗੇ। ਤਾਂ ਦੇਖੋ, ਅੱਜ ਦੀ ਇਹ ਜਿਹੜੀ ਆਪਣੀ ਕਲਾਸ ਹੈਗੀ, ਇਸ ਬੈਚ ਦੀ ਪਹਿਲੀ ਕਲਾਸ ਰਹਿਣ ਵਾਲੀ ਹੈ ਤੇ ਇਸ बैच का जोड़ा सिलेबस है तो इन्फॉर्मेशन है बैच की, वो सारा कुछ आप पहला डिस्कस कर चुके हैं। तो इस क्लास के जी आप अज तो स्टार्ट कर लगे बैच, तो आप वीर काव का जोड़ा इतिहास है, वीर काव साहित्य का, उस दे नाल आप इस बैच को स्टार्ट कर लगे। अज ये अपनी पहली क्लास है जी रहने वाली है। तो आप जोड़ा भी कुछ आप इस सिलेबस के इस बैच के करांगे, बिल्कुल आप सौखे तरीके दे नाल समझांगे तो स्टार्टिंग तो समझांगे कि इसनूं किद्दां, कित्थों ते किद्दां ਜਿਹੜੇ ਕਾਲ ਵੰਡ ਸੀਗੇ ਕਿੱਦਾਂ ਬਣਾਇਆ ਗਿਆ, ਉਹ ਸਾਰਾ ਕੁਝ ਆਪਾਂ ਇਸ ਦੇ ਵਿੱਚ ਸਮਝਣ ਵਾਲੇ ਹਾਂ। ਜਿੱਦਾਂ ਕਿ ਦੇਖੋ, ਸਾਹਿਤ ਹੈਗਾ ਪੰਜਾਬੀ ਦਾ, ਜਿਹੜਾ ਸਾਹਿਤ ਹੈ, ਠੀਕ ਹੈ, ਉਸ ਨੂੰ ਕਾਲਾਂ ਦੇ ਵਿੱਚ ਵੰਡਿਆ ਗਿਆ। ਕਿਹੜੇ ਕਾਲ ਕਿਸ ਈਸਵੀ ਤੋਂ ਲੈ ਕੇ ਕਿਸ ਈਸਵੀ ਦੇ ਤੱਕ ਰਹੇ ਨੇ ਤੇ ਕਿਹੜੀਆਂ ਧਾਰਾਵਾਂ ਦੇ ਵਿੱਚ ਵੀਰ ਕਾਵ ਹੈਗਾ, ਕਿੱਸਾ ਕਾਵ, ਉਹ ਸਾਰਾ ਕੁਝ ਜੋ ਵੀ ਇਸ ਦੇ ਵਿੱਚ ਰਹਿਣ ਵਾਲਾ ਹੈ, ਉਹ ਆਪਾਂ ਬਿਲਕੁਲ ਈਜ਼ੀ ਤਰੀਕੇ ਦੇ ਨਾਲ ਕਰਾਂਗੇ ਤੇ ਬਿਲकुल ਆਪਾਂ ਸੀਕੁਐਂਸ ਦੇ ਵਿੱਚ ਕਰਨ ਵਾਲੇ ਹਾਂ। ਹੁਣ ਦੇਖੋ, ਜਿਹੜਾ ਵੀਰ ਕਾਵ ਹੈਗਾ, ਇਸ ਦਾ ਆਪਾਂ ਸਾਹਿਤ ਹੈਗਾ ਜਿਹੜਾ ਵੀਰ ਕਾਵ ਦਾ, ਉਸ ਦਾ ਇਤਿਹਾਸ ਕੀ ਰਿਹਾ, ਕਿਹੜੇ ਕਾਲ ਦੇ ਵਿੱਚ ਕਿਸ ਤਰ੍ਹਾਂ ਸਾਹਿਤ ਰਚਿਆ ਗਿਆ, ਤੇ ਉਹ ਸਾਰਾ ਕੁਝ ਆਪਾਂ ਸਮਝਣ ਵਾਲੇ ਹਾਂ। ਤਾਂ ਦੇਖੋ, ਸਭ ਤੋਂ ਪਹਿਲਾਂ ਆਪਾਂ ਇਸ ਦਾ ਇਤਿਹਾਸ ਪੜਾਂਗੇ ਤੇ ਪਹਿਲਾਂ ਇਹ ਜਾਣ ਲੈਣਾ ਚਾਹੀਦਾ ਹੈ ਕਿ ਵੀਰ ਕਾਵ ਹੈ ਕੀ ਹੈ, ਇਸ ਦੇ ਵਿੱਚ ਕੀ ਕੁਛ ਆਉਂਦਾ ਹੈ। ਤਾਂ ਦੇਖੋ, ਵੀਰ ਕਾਵ ਹੈਗਾ ਜਿਹੜਾ ਵੀਰਤਾ ਦੇ ਆਪਾਂ ਕਹਿ ਸਕਦੇ ਹਾਂ ਜਿਹੜੇ ਜਸ ਲਿਖੇ ਜਾਂਦੇ ਨੇ, ਇਹਦੇ ਵਿੱਚ 12 ਵੀ ਆਉਂਦੀਆਂ ਨੇ ਤੇ ਜੰਗਨਾਮੇ ਵੀ ਆਉਂਦੇ ਨੇ। ਆਪਾਂ ਵੀਰ ਕਾਵ ਦੇ ਵਿੱਚ 12 ਤੇ ਜੰਗਨਾਮੇ ਦੋਨੋਂ ਪੜ੍ਹਨ ਵਾਲੇ ਹਾਂ ਤੇ ਇਸ ਤੋਂ ਬਿਨਾਂ ਤੁਸੀਂ ਗੁਰਬਿਲਾਸ ਵੀ ਇਸ ਦੇ ਵਿੱਚ ਦੇਖਣ ਨੂੰ ਤੁਹਾਨੂੰ ਮਿਲੇਗਾ, ਠੀਕ ਹੈ। ਵੀਰ ਕਾਵ ਦੇ ਵਿੱਚ ਆਪਾਂ ਇਹ ਸਾਰਾ ਕੁਝ ਪੜ੍ਹਨ ਵਾਲੇ ਹਾਂ। ਤੇ ਦੇਖੋ, ਵੀਰ ਕਾਵ ਹੈਗਾ ਜਿਹੜਾ, ਅੱਗੇ ਆਪਾਂ ਵੀਰ ਕਾਵ ਤਾਂ ਸਮਝ ਲਿਆ ਕਿ ਇਹਦੇ ਵਿੱਚ ਆਪਾਂ ਨੂੰ ਇਹ ਕੁਝ ਦੇਖਣ ਨੂੰ ਮਿਲੇਗਾ, ਪਰ ਇਹ ਵੀ ਆਪਾਂ ਨੂੰ ਜਾਣ ਲੈਣਾ ਚਾਹੀਦਾ ਕਿ ਕਿਹੜੇ ਕਾਲ ਦੇ ਵਿੱਚ ਕਿਹੜੀਆਂ ਵਾਰਾਂ ਲਿਖੀਆਂ ਗਈਆਂ, ਉਹ ਕਿਹੜੇ ਜੰਗਨਾਮੇ ਲਿਖੇ ਗਏ, ਇਹ ਸਾਰਾ ਕੁਝ ਆਪਾਂ ਨੂੰ ਜਿਹੜਾ ਹੈਗਾ ਸਮਝਣ ਨੂੰ ਮਿਲਣ ਵਾਲਾ ਹੈ। ਅੱਗੇ ਇਸ ਤਰ੍ਹਾਂ ਆਪਾਂ ਡਾਇਗਰਾਮ ਬਣਾ ਕੇ ਤੁਹਾਨੂੰ ਸਮਝਾਵਾਂਗੇ ਇਹ ਸਾਰਾ ਕੁਝ। ਤਾਂ ਦੇਖੋ, ਸਭ ਤੋਂ ਪਹਿਲਾਂ ਆਪਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈਗਾ ਕਿ ਸਾਹਿਤ ਹੈਗਾ ਜਿਹੜਾ ਪੰਜਾਬੀ ਸਾਹਿਤ ਹੈ, ਉਸ ਦਾ ਜਿਹੜਾ ਇਤਿਹਾਸ ਹੈ ਸਾਹਿਤ ਦਾ, ਇਸ ਨੂੰ ਕਿਸ ਤਰ੍ਹਾਂ ਕਾਲਾਂ ਦੇ ਵਿੱਚ ਵੰਡਿਆ ਗਿਆ, ਕਿਹੜੇ ਕਾਲ ਨੂੰ ਕਿਸ ਈਸਵੀ ਤੋਂ ਲੈ ਕੇ ਕਿਸ ਈਸਵੀ ਦੇ ਤੱਕ ਬਣਾਇਆ ਗਿਆ, ਤੇ ਉਸ ਤੋਂ ਬਾਅਦ ਫਿਰ ਕਿਸ ਕਾਲ ਦੇ ਵਿੱਚ ਕਿੰਨੀਆਂ 12 ਜਾਂ ਕਿੰਨੇ ਜੰਗਨਾਮੇ ਲਿਖੇ ਗਏ ਨੇ, ਉਹ ਸਾਰਾ ਕੁਝ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਕਾਲ ਹੈਗਾ, 3 ਕਾਲਾਂ ਦੇ ਵਿੱਚ ਆਪਾਂ ਨੇ ਇਸ ਨੂੰ ਵੰਡਿਆ ਹੈਗਾ। ਤਾਂ ਦੇਖੋ, ਪਹਿਲਾ ਜਿਹੜਾ ਕਾਲ ਸੀਗਾ ਆਦਿ ਕਾਲ ਸੀਗਾ, ਤੇ ਉਸ ਤੋਂ ਬਾਅਦ ਦੂਜਾ ਸੀਗਾ ਜਿਹੜਾ ਮੱਧ ਕਾਲ। ਤਾਂ ਦੇਖੋ, ਪਹਿਲਾ ਸ਼ੁਰੂਆਤੀ ਕਾਲ ਹੋ ਗਿਆ ਤੇ ਇੱਕ ਹੋ ਗਿਆ ਅਖੀਰਲਾ ਕਾਲ ਜਾਂ ਆਪਣਾ ਪ੍ਰੈਜ਼ੈਂਟ ਕਾਲ ਜਿਹੜਾ ਹੁਣ ਚੱਲਦਾ ਪਿਆ, ਤੇ ਇਸ ਤੋਂ ਬਾਅਦ ਬਿਨਾਂ ਇੱਕ ਵਿਚਕਾਰ ਦਾ ਕਾਲ ਹੋ ਗਿਆ, ਮਿਡਲ ਕਾਲ ਜਾਂ ਵਿਚਕਾਰ ਦਾ ਕਾਲ। ਤੇ ਹੁਣ ਦੇਖੋ, ਇੱਕ ਆਧੁਨਿਕ ਕਾਲ ਹੈਗਾ ਜਿਹੜਾ ਆਪਣਾ ਹੁਣ ਦਾ ਚੱਲਦਾ ਪਿਆ। ਹੁਣ ਦੇਖੋ, ਇਸ ਦੀਆਂ ਈਸਵੀਆਂ ਆਪਾਂ ਜਾਣ ਲੈਂਦੇ ਹਾਂ। ਤਾਂ ਜਿਹੜਾ ਆਦਿ ਕਾਲ ਸੀਗਾ, ਆਦਿ ਕਾਲ ਯਾਨੀ ਕਿ ਮੁੱਢਲਾ ਕਾਲ ਜਾਂ ਸ਼ੁਰੂਆਤੀ ਕਾਲ, ਜਿੱਥੋਂ ਆਪਾਂ ਸਾਹਿਤ ਨੂੰ ਆਪਾਂ ਜਾਣਨ ਲੱਗੇ ਆਂਗੇ, ਠੀਕ ਹੈ। ਤਾਂ ਇਹ ਆਪਾਂ ਕਹਿ ਸਕਦੇ ਹਾਂ 850 ਈਸਵੀ ਤੋਂ ਇਹ ਸਟਾਰਟ ਹੋ ਚੁੱਕਾ ਹੈ, ਉਦੋਂ ਤੋਂ ਲੈ ਕੇ ਆਪਾਂ ਮੰਨਦੇ ਹਾਂ। ਤੇ ਉਸ ਤੋਂ ਬਾਅਦ ਫਿਰ 1500 ਈਸਵੀ ਤੱਕ ਆਪਾਂ ਇਸ ਨੂੰ ਆਦਿ ਕਾਲ ਦੇ ਵਿੱਚ ਕਾਊਂਟ ਕਰਦੇ ਹਾਂ। ਜਿਹੜੇ ਵੀ ਇਸ ਦੇ ਵਿੱਚ ਈਅਰ ਆਉਣਗੇ 1500 ਈਸਵੀ ਤੱਕ, 850 ਈਸਵੀ ਤੋਂ 1500 ਈਸਵੀ ਤੱਕ ਜਿੰਨਾ ਵੀ ਸਾਰਾ ਸਾਹਿਤ ਰਚਿਆ ਗਿਆ, ਕੁਛ ਵੀ ਇਸ ਦੇ ਵਿੱਚ ਰਚਿਆ ਗਿਆ, ਠੀਕ ਹੈ, ਕੋਈ 12 ਨੇ ਜਾਂ ਜੰਗਨਾਮਾ, ਕੋਈ ਵੀ ਚੀਜ਼ ਹੈਗੀ ਜਿਹੜੀ ਇਸ ਦੇ ਵਿੱਚ ਰਚਿਆ ਗਿਆ, ਉਹ ਸਾਰਾ ਕੁਝ ਆਪਾਂ ਆਦਿ ਕਾਲ ਦੇ ਵਿੱਚ ਮੰਨਾਂਗੇ। ਜਿਹੜਾ 850 ਈਸਵੀ ਤੋਂ 1500 ਈਸਵੀ ਦੇ ਦੌਰਾਨ ਜੋ ਵੀ ਸਾਹਿਤ ਰਚਿਆ ਗਿਆ, ਆਪਾਂ ਆਦਿ ਕਾਲ ਦੇ ਵਿੱਚ ਉਸ ਨੂੰ ਕਾਊਂਟ ਕਰਾਂਗੇ। ਤੇ ਉਸ ਤੋਂ ਬਾਅਦ ਜਿਹੜੀ ਗੱਲ ਕਰੀਏ ਆਪਾਂ ਮੱਧ ਕਾਲ ਦੀ, ਮੱਧ ਕਾਲ ਹੈਗਾ ਜਿਹੜਾ, ਦੇਖੋ ਇੱਥੇ 1500 ਈਸਵੀ ਹੋ ਗਿਆ, 1501 ਈਸਵੀ ਤੋਂ ਲੈ ਕੇ 1900 ਈਸਵੀ ਤੱਕ, ਠੀਕ ਹੈ, ਜਿਹੜਾ ਵੀ ਸਾਹਿਤ ਰਚਿਆ ਗਿਆ, ਕੋਈ ਵੀ ਕਵਿਤਾ ਰਚੀ ਗਈ, ਕੋਈ ਵਾਰ ਰਚੀ ਗਈ, ਕੋਈ ਜੰਗਨਾਮਾ ਰਚਿਆ ਗਿਆ, ਕੋਈ ਕਿੱਸਾ, ਕੁਛ ਵੀ ਰਚਿਆ ਗਿਆ, ਉਹ ਸਾਰਾ ਕੁਛ ਜੋ ਵੀ ਹੈ ਉਹ ਆਪਾਂ ਮੱਧ ਕਾਲ ਦੇ ਵਿੱਚ ਕਾਊਂਟ ਕਰਾਂਗੇ। ਤੇ ਉਸ ਤੋਂ ਬਾਅਦ ਫਿਰ ਅੱਗੇ ਆ ਜਾਂਦਾ ਆਪਣਾ ਆਧੁਨਿਕ ਕਾਲ, ਠੀਕ ਹੈ। ਹੁਣ 1900 ਤੱਕ ਤਾਂ ਇੱਥੇ ਆ ਗਿਆ, 1901 ਤੋਂ ਲੈ ਕੇ, ਠੀਕ ਹੈ, ਇੱਥੇ 1901 ਲਿਖ ਲਓ, 1901 ਤੋਂ ਲੈ ਕੇ ਹੁਣ ਤੱਕ ਜੋ ਆਪਣਾ ਚੱਲਦਾ ਪਿਆ, ਅੱਜ ਆਪਾਂ ਜਿੱਥੇ ਬੈਠੇ ਹਾਂ, ਠੀਕ ਹੈ, ਅੱਜ ਸੁਰਜੀਤ ਪਾਤਰ ਤੱਕ ਦਾ ਟਾਈਮ, ਜੋ ਵੀ ਆਪਣਾ ਅੱਜ ਸਿੱਧੂ ਮੂਸੇਵਾਲੇ ਤੱਕ ਦਾ ਜੋ ਵੀ ਆਪਣਾ ਟਾਈਮ ਹੈਗਾ ਅੱਜ ਦਾ, ਠੀਕ ਹੈ, ਇਹ ਸਾਰਾ ਟਾਈਮ ਹੈਗਾ ਜਿਹੜਾ, ਇਹ ਆਪਾਂ ਆਧੁਨਿਕ ਕਾਲ ਦੇ ਵਿੱਚ ਇਸ ਨੂੰ ਕਾਊਂਟ ਕਰਾਂਗੇ। ਜੋ ਵੀ ਇਸ ਦੇ ਵਿੱਚ
ਲਿਟਰੇਚਰ ਰਚਿਆ ਗਿਆ, ਉਹ ਸਾਰਾ ਕੁਛ ਆਪਾਂ ਇਸ ਦੇ ਵਿੱਚ ਕਾਊਂਟ ਕਰਾਂਗੇ, ਜਿਹੜਾ ਕਿ 1901 ਤੋਂ ਲੈ ਕੇ ਹੁਣ ਤੱਕ ਜੋ ਵੀ ਰਚਿਆ ਗਿਆ ਉਹ ਆਧੁਨਿਕ ਕਾਲ ਦੇ ਵਿੱਚ ਆਏਗਾ। ਤਾਂ ਦੇਖੋ ਆਪਾਂ ਨੇ 3 ਕਾਲ ਇਸ ਤੇ ਸਮਝ ਲਏ ਨੇ। ਸਭ ਤੋਂ ਪਹਿਲਾਂ ਆਪਾਂ ਮੰਨਦੇ ਹਾਂ ਆਦਿ ਕਾਲ। ਆਦਿ ਦਾ ਮਤਲਬ ਹੀ ਇਹ ਹੁੰਦਾ ਕਿ ਸ਼ੁਰੂਆਤੀ, ਆਪਾਂ ਇੱਥੋਂ ਸ਼ੁਰੂਆਤ ਕੀਤੀ ਤਾਂ ਆਪਾਂ ਇਸ ਨੂੰ ਆਦਿ ਕਾਲ ਕਹਿ ਦਿੱਤਾ, ਠੀਕ ਹੈ। ਤੇ ਹੁਣ ਦੇਖੋ ਉਸ ਤੋਂ ਬਾਅਦ ਆਧੁਨਿਕ ਕੀ ਹੁੰਦਾ, ਜਿਹੜਾ ਚੱਲਦਾ ਪਿਆ, ਜਿਹੜਾ ਹੁਣ ਦਾ ਸਮਾਂ ਹੈਗਾ। ਤਾਂ ਦੇਖੋ ਇਹ ਦੋਨੋਂ ਤਾਂ ਆਪਾਂ ਸਮਝ ਗਏ। ਆਦਿ ਯਾਨੀ ਕਿ ਇੱਥੋਂ ਸ਼ੁਰੂਆਤ ਮੰਨ ਲਈ ਆਪਾਂ ਨੇ, ਤੇ ਇਹ ਹੈਗਾ ਜਿਹੜਾ ਆਪਣਾ ਅਜੋਕਾ, ਠੀਕ ਹੈ, ਅੱਜ ਦਾ। ਤੇ ਉਸ ਤੋਂ ਬਿਨਾਂ ਇਸ ਦੇ ਵਿਚਕਾਰ ਵੀ ਇੱਕ ਕਾਲ ਸੀ, ਆਪਾਂ ਨੇ ਉਸ ਨੂੰ ਮੱਧ ਕਾਲ ਦਾ ਨਾਮ ਦੇ ਦਿੱਤਾ। ਬਾਕੀ ਇਸਵੀਆਂ ਤੁਸੀਂ ਸਮਝ ਲਈਆਂ ਹੋਣਗੀਆਂ, ਠੀਕ ਹੈ। ਤੇ ਹੁਣ ਦੇਖੋ ਇਹ ਸਾਰਾ ਕੁਝ ਆਪਾਂ ਨੇ ਸਮਝਿਆ। ਉਸ ਤੋਂ ਬਾਅਦ ਅੱਗੇ ਕੀ ਗੱਲ ਆ ਜਾਂਦੀ ਹੈ, ਅੱਗੇ ਆ ਜਾਂਦਾ ਹੈਗਾ ਜਿਹੜਾ ਮੱਧ ਕਾਲ ਹੈਗਾ। ਮੱਧ ਕਾਲ ਨੂੰ ਫਿਰ ਆਪਾਂ ਨੇ 2 ਭਾਗਾਂ ਦੇ ਵਿੱਚ ਵੰਡ ਦਿੱਤਾ ਹੈ, ਠੀਕ ਹੈ। ਮੱਧ ਕਾਲ ਜਿਹੜਾ 1501 ਤੋਂ ਲੈ ਕੇ 1900 ਈਸਵੀ ਤੱਕ ਦਾ ਟਾਈਮ ਸੀਗਾ, ਉਸ ਨੂੰ ਆਪਾਂ ਨੇ ਵਿਚਕਾਰ ਤੋਂ 2 ਭਾਗਾਂ ਦੇ ਵਿੱਚ ਵੰਡਤਾ। ਇੱਕ ਤਾਂ ਬਣਾ ਲਿਆ ਆਪਾਂ ਨੇ 1501 ਤੋਂ 1700 ਤੱਕ, ਇੱਕ ਬਣਾ ਲਿਆ 1701 ਤੋਂ ਲੈ ਕੇ 1900 ਤੱਕ, ਠੀਕ ਹੈ। ਹੁਣ ਦੇਖੋ ਜਿਹੜਾ ਆਪਾਂ ਨੇ ਬਣਾਇਆ ਸੀ 1501 ਈਸਵੀ ਤੋਂ 1700 ਤੱਕ, ਇਹ ਆਪਾਂ ਗੁਰੂ ਨਾਨਕ ਕਾਲ ਦਾ ਨਾਮ ਇਸ ਨੂੰ ਦੇ ਦਿੱਤਾ। ਹੁਣ ਦੇਖੋ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਟਾਈਮ ਪੀਰੀਅਡ ਸੀਗਾ ਉਹ ਆਪਾਂ ਮੰਨਦੇ ਹਾਂ ਕਿ 1539 ਤੱਕ ਸੀਗਾ, ਠੀਕ ਹੈ। ਜਾਂ ਆਪਾਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਕਾਲ ਦੇ ਨਾਲ ਆਪਾਂ ਗੁਰੂਆਂ ਦੇ, ਬਾਕੀ ਗੁਰੂਆਂ ਦਾ ਵੀ ਜੇਕਰ ਆਪਾਂ ਜ਼ਿਕਰ ਕਰਦੇ ਹਾਂ 1700 ਪਲੱਸ ਈਸਵੀ ਤੱਕ, ਅੱਗੇ ਗੁਰੂ ਗੋਬਿੰਦ ਸਿੰਘ ਜੀ ਤੱਕ ਆਪਾਂ ਪੜ੍ਹਦੇ ਹਾਂ। ਇਹ ਸਾਰਾ ਸੀਗਾ ਜਿਹੜਾ ਟਾਈਮ ਆਪਾਂ ਨੇ ਗੁਰੂ ਨਾਨਕ ਕਾਲ ਦੇ ਵਿੱਚ ਆਪਾਂ ਨੇ ਐਡ ਕਰ ਲਿਆ। ਗੁਰੂ ਗ੍ਰੰਥ ਸਾਹਿਬ ਦੀ ਜਦੋਂ ਤੱਕ ਰਚਨਾ ਹੁੰਦੀ ਹੈ, ਇਹ ਸਾਰਾ ਕੁਝ ਸੀਗਾ ਜਿਹੜਾ ਆਪਾਂ ਗੁਰੂ ਨਾਨਕ ਕਾਲ ਦੇ ਵਿੱਚ ਇਸ ਨੂੰ ਕਾਊਂਟ ਕਰਦੇ ਹਾਂ। ਉਸ ਤੋਂ ਬਾਅਦ ਉੱਤਰ ਗੁਰੂ ਨਾਨਕ ਕਾਲ ਜਾਂ ਉੱਤਰ ਨਾਨਕ ਕਾਲ ਆਪਾਂ ਕਹਿ ਸਕਦੇ ਹਾਂ ਇਸ ਨੂੰ, ਜਿਹੜਾ ਇਹ ਕਾਲ ਸੀਗਾ ਇਹ 1701 ਤੋਂ ਲੈ ਕੇ 1900 ਈਸਵੀ ਤੱਕ ਆਪਾਂ ਇਸ ਨੂੰ ਉੱਤਰ ਨਾਨਕ ਕਾਲ ਮੰਨਦੇ ਹਾਂ, ਉੱਤਰ ਗੁਰੂ ਨਾਨਕ ਕਾਲ ਕਹਿ ਸਕਦੇ ਹਾਂ, ਠੀਕ ਹੈ। ਇਹ ਆਪਾਂ ਇੱਦਾਂ ਮੰਨਦੇ ਹਾਂ। ਹੁਣ ਦੇਖੋ ਇੱਥੇ ਇਹ ਆਪਾਂ ਨੇ ਕਾਲ ਸਮਝ ਲਏ ਕਿ ਕਿਸ ਤਰ੍ਹਾਂ ਇਹਨਾਂ ਨੂੰ ਈਸਵੀਆਂ ਦੇ ਵਿੱਚ ਵੰਡਿਆ ਹੋਇਆ, ਠੀਕ ਹੈ। ਤੇ ਉਸ ਤੋਂ ਬਾਅਦ ਆਪਾਂ ਇੱਥੇ ਇਹ ਵੀ ਇੱਕ ਵਾਰ ਸਮਝ ਲੈਂਦੇ ਹਾਂ, ਬਾਕੀ ਇਮੇਜ ਦੇ ਉੱਤੇ ਦੁਬਾਰਾ ਆਵਾਂਗੇ। ਤਾਂ ਆਦਿ ਕਾਲ ਦੀ ਆਪਾਂ ਜੇਕਰ ਗੱਲ ਕਰ ਰਹੇ ਸੀਗੇ, ਆਦਿ ਕਾਲ ਜਿਹੜਾ ਸਟਾਰਟ ਹੋ ਜਾਂਦਾ ਆਦਿ ਕਾਲ ਯਾਨੀ ਕਿ ਸ਼ੁਰੂਆਤੀ ਕਾਲ, ਜਿੱਥੋਂ ਆਪਾਂ ਸਾਹਿਤ ਨੂੰ ਜਾਣਨ ਲੱਗੇ ਹਾਂ, ਠੀਕ ਹੈ। ਕਿ ਆਪਣੇ ਕੋਲ ਜੋ ਵੀ ਅੰਕੜੇ ਆ ਕਿ ਇੱਦਾਂ ਸਾਹਿਤ ਇੱਥੋਂ ਲਿਖਿਆ ਗਿਆ, ਠੀਕ ਹੈ। ਤੇ ਇਹ ਸੀਗਾ 850 ਈਸਵੀ ਤੋਂ ਲੈ ਕੇ 1500 ਈਸਵੀ ਤੱਕ ਦਾ ਜਿਹੜਾ ਟਾਈਮ ਸੀਗਾ ਉਹ ਆਪਾਂ ਨੇ ਇੱਥੇ ਕਾਊਂਟ ਕਰ ਲਿਆ, ਠੀਕ ਹੈ। ਤੇ ਆਦਿ ਕਾਲ ਨੂੰ ਆਪਾਂ ਕੁਝ ਹੋਰ ਨਾਵਾਂ ਦੇ ਨਾਲ ਵੀ ਜਾਣਦੇ ਹਾਂ। ਹੋ ਸਕਦਾ ਤੁਹਾਨੂੰ ਪੇਪਰ ਦੇ ਵਿੱਚ ਆਦਿ ਕਾਲ ਦੀ ਜਗ੍ਹਾ ਦੇ ਉੱਤੇ ਤੁਹਾਨੂੰ ਮੁੱਢਲਾ ਕਾਲ ਦੇਖਣ ਨੂੰ ਮਿਲ ਜੇ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਇਸ ਤੇ ਦੂਜੇ ਨਾਮ ਨੇ, ਸੈਕਿੰਡ ਨੇਮ ਜਿਹੜਾ ਹੁੰਦਾ ਹੈ। ਤਾਂ ਇਸ ਨੂੰ ਆਦਿ ਕਾਲ ਨੂੰ ਆਪਾਂ ਆਦਿ ਕਾਲ ਦੇ ਨਾਮ ਨਾਲ ਤਾਂ ਜਾਣਦੇ ਹਾਂ ਕਿਉਂਕਿ ਆਦਿ ਕਾਲ ਹੈ। ਉਸ ਤੋਂ ਬਿਨਾਂ ਆਪਾਂ ਇਸ ਨੂੰ ਮੁੱਢਲਾ ਕਾਲ ਦੇ ਨਾਮ ਨਾਲ ਜਾਣਦੇ ਹਾਂ। ਨਾਥਾਂ ਜੋਗੀਆਂ ਦਾ ਸਮਾਂ ਵੀ ਆਪਾਂ ਇਸ ਨੂੰ ਕਹਿੰਦੇ ਹਾਂ, ਬਾਬਾ ਫਰੀਦ ਕਾਲ ਕਹਿੰਦੇ ਹਾਂ, ਤੇ ਪੂਰਬ ਨਾਨਕ ਕਾਲ ਕਹਿੰਦੇ ਹਾਂ। ਇਹ ਸਾਰੇ ਜਿਹੜੇ ਇਸ ਦੇ ਨਾਮ ਨੇਗੇ। ਉਸ ਤੋਂ ਬਿਨਾਂ, ਠੀਕ ਹੈ, ਜੋ ਵੀ ਆਦਿ ਕਾਲ ਤੋਂ ਬਿਨਾਂ ਤੁਹਾਨੂੰ ਨਾਮ ਦੇਖਣ ਨੂੰ ਮਿਲਣਗੇ ਆਦਿ ਕਾਲ ਦੇ, ਇਹ ਸਾਰੇ ਇਸ ਦੇ ਵਿੱਚ ਨਾਮ ਨੇ। ਤਾਂ ਦੇਖੋ ਹੁਣ ਆਪਾਂ ਕਹਿ ਸਕਦੇ ਹਾਂ ਕਿ ਇਹ ਨਾਮ ਨੇ। ਹੁਣ ਦੇਖੋ ਆਦਿ ਕਾਲ ਹੁੰਦਾ ਕੀ ਹੈ, ਸ਼ੁਰੂਆਤੀ ਕਾਲ, ਮੁੱਢਲਾ ਕਾਲ ਆਪਾਂ ਕਹਿ ਦਿੱਤਾ ਇਸ ਨੂੰ, ਠੀਕ ਹੈ। ਤੇ ਨਾਥਾਂ ਜੋਗੀਆਂ ਦਾ ਕਿਉਂ ਕਿਹਾ, ਹੁਣ ਦੇਖੋ 8ਵੀਂ, ਠੀਕ ਹੈ, 8ਵੀਂ 9ਵੀਂ ਜਿਹੜੀ ਸਦੀ ਸੀਗੀ ਉਹਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਨਾਥਾਂ ਜੋਗੀਆਂ ਦਾ ਟਾਈਮ ਸੀ, ਗੋਰਖਨਾਥ ਜਾਂ, ਠੀਕ ਹੈ। ਇਹਨਾਂ ਆਪਾਂ ਅੱਗੇ ਪੜਾਂਗੇ ਸਾਹਿਤ ਦੇ ਵਿੱਚ, ਠੀਕ ਹੈ, ਨਾਥਾਂ ਜੋਗੀਆਂ ਦਾ ਜਿਹੜਾ ਟਾਈਮ ਪੀਰੀਅਡ ਸੀ। ਪਰ ਆਪਾਂ 12 ਬਾਰੇ ਪੜ੍ਹ ਰਹੇ ਹਾਂ, ਵੀਰ ਕਾਵਿ ਬਾਰੇ ਪੜ੍ਹ ਰਹੇ ਹਾਂ, ਤਾਂ ਕਰਕੇ ਆਪਾਂ ਇਸ ਨੂੰ ਅਜੇ ਨਹੀਂ ਪੜ੍ਹ ਰਹੇ। ਨਾਥਾਂ ਜੋਗੀਆਂ ਦਾ ਜਿਹੜਾ ਪੀਰੀਅਡ ਹੋਏਗਾ ਉਸ ਦੇ ਵਿੱਚ ਆਪਾਂ ਨਾਥਾਂ ਜੋਗੀਆਂ ਬਾਰੇ ਪੜ੍ਹਾਂਗੇ। ਹੁਣ ਨਾਥਾਂ ਜੋਗੀਆਂ ਦਾ ਜਿਹੜਾ ਪੀਰੀਅਡ ਸੀਗਾ ਉਹ ਵੀ ਆਦਿ ਕਾਲ ਦੇ ਵਿੱਚ ਸੀਗੇ ਉਹ, ਠੀਕ ਹੈ। ਤੇ ਬਾਬਾ ਫਰੀਦ ਤਾਂ ਦੇਖੋ ਆਪਾਂ 1100-1200 ਈਸਵੀ ਦੇ ਵਿੱਚ ਆਪਾਂ ਇਹਨਾਂ ਨੂੰ ਦੇਖ ਦਿਆਂਗੇ, ਠੀਕ ਹੈ। ਹੁਣ ਇਹ ਵੀ ਤਾਂ ਆਪਾਂ ਕਹਿ ਸਕਦੇ ਹਾਂ ਕਿ 1500 ਤੋਂ ਪਹਿਲਾਂ ਸੀਗੇ। ਤੇ ਉਸ ਤੋਂ ਬਾਅਦ ਪੂਰਬ ਨਾਨਕ ਕਾਲ ਵੀ ਆਪਾਂ ਕਹਿ ਸਕਦੇ ਹਾਂਗੇ। ਹੁਣ ਦੇਖੋ ਗੁਰੂ ਨਾਨਕ ਦੇਵ ਜੀ ਦਾ ਕਾਲ ਸੀਗਾ, ਇੱਥੋਂ ਸ਼ੁਰੂਆਤ ਹੈ, ਠੀਕ ਹੈ, ਗੁਰੂ ਨਾਨਕ ਕਾਲ ਦੀ 1500 ਈਸਵੀ ਤੋਂ। ਤੇ ਜਿਹੜਾ ਇਸ ਤੋਂ ਪਹਿਲਾਂ ਦਾ ਸਮਾਂ ਹੋਇਆ ਉਹ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦਾ ਸਮਾਂ ਹੋਇਆ, ਤਾਂ ਉਸ ਨੂੰ ਪੂਰਬ ਨਾਨਕ ਕਾਲ ਆਪਾਂ ਕਹਿ ਸਕਦੇ ਹਾਂਗੇ, ਠੀਕ ਹੈ। ਯਾਨੀ ਕਿ ਦੇਖੋ ਆਪਾਂ ਨੂੰ ਇੱਥੋਂ ਆ ਕੇ ਪਤਾ ਲੱਗ ਗਿਆ, ਇਸ ਈਅਰਾਂ ਦੇ ਵਿੱਚ, ਇਹਨਾਂ ਈਅਰਸ ਦੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਗੁਰੂ ਨਾਨਕ ਦੇਵ ਜੀ ਦੇ ਬਾਰੇ। ਇਸ ਤੋਂ ਪਹਿਲਾਂ ਤਾਂ ਗੁਰੂ ਨਾਨਕ ਦੇਵ ਜੀ ਦਾ ਨਾਮ ਨਹੀਂ ਸੁਣਿਆ ਹੋਏਗਾ ਕਿਸੇ ਨੇ, ਪਰ ਇਸ ਤੋਂ ਬਾਅਦ ਆਪਾਂ ਨੇ ਜਦੋਂ ਵੀ ਇਸ ਦਾ ਨਾਮ ਬਣਾਇਆ ਤਾਂ ਉਹ ਆਪਾਂ ਨੇ ਪੂਰਬ ਨਾਨਕ ਕਾਲ ਨਾਮ ਇਸ ਨੂੰ ਦੇ ਦਿੱਤਾ, ਠੀਕ ਹੈ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਦੋਂ ਲੋਕਾਂ ਨੇ ਸੁਣਿਆ ਉਹਨਾਂ ਦੇ ਬਾਰੇ, ਠੀਕ ਹੈ, ਜੋ ਵੀ ਆਪਾਂ ਨੇ ਉਹਨਾਂ ਦੀਆਂ ਘਾਲਨਾਵਾਂ ਦੇਖੀਆਂ, ਤਾਂ ਉਸ ਤੋਂ ਬਾਅਦ ਫਿਰ ਬਾਬਾ ਨਾਨਕ ਜੀ ਦੇ ਆਪਾਂ ਨਾਮ ਦੇ ਨਾਲ ਜਾਣਨ ਲੱਗ ਗਏ ਇਸ ਪੀਰੀਅਡ ਨੂੰ। ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਈਸਾ ਪੂਰਬ ਆਪਾਂ ਪੜ੍ਹਦੇ ਹੁੰਦੇ ਹਾਂ, ਠੀਕ ਹੈ। ਤੇ ਇੱਦਾਂ ਕਹਿ ਸਕਦੇ ਹਾਂ ਆਪਾਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦਾ ਕਾਲ ਸੀਗਾ, ਉਸ ਨੂੰ ਉੱਪਰਲੇ ਕਾਲ ਨੂੰ ਆਪਾਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦਾ ਕਾਲ ਮੰਨ ਸਕਦੇ ਹਾਂ, ਠੀਕ ਹੈ। ਇੱਦਾਂ ਬਾਕੀ ਦੇਖੋ ਇਹ ਜਿਹੜੇ ਨਾਮ ਸੀਗੇ ਇਹ ਸਾਰੇ ਨਾਮ ਆਪਾਂ ਇਹਦੇ ਵਿੱਚ ਆਪਾਂ ਇਹਨਾਂ ਨੂੰ ਵਰਤ ਸਕਦੇ ਹਾਂ ਆਦਿ ਕਾਲ ਦੇ ਲਈ। ਤੇ ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਕਾਲ ਆ ਜਾਂਦਾ ਹੈ ਮੱਧ ਕਾਲ,
ਠੀਕ ਹੈ। ਇਹ 1501 ਈਸਵੀ ਤੋਂ ਲੈ ਕੇ 1900 ਤੱਕ ਚੱਲਦਾ ਹੈ ਤੇ ਇਸ ਨੂੰ ਆਪਾਂ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ, ਉੱਪਰ ਤੁਹਾਨੂੰ ਦੱਸ ਹੀ ਚੁੱਕੇ ਹਾਂ ਡਾਇਗ੍ਰਾਮ ਦੇ ਵਿੱਚ, ਗੁਰੂ ਨਾਨਕ ਕਾਲ ਤੇ ਉੱਤਰ ਗੁਰੂ ਨਾਨਕ ਕਾਲ। ਤੇ ਗੁਰੂ ਨਾਨਕ ਕਾਲ 1501 ਤੋਂ ਲੈ ਕੇ 1700 ਤੱਕ ਚੱਲਦਾ ਹੈ। ਉੱਤਰ ਗੁਰੂ ਨਾਨਕ ਕਾਲ ਹੈਗਾ ਜਿਹੜਾ 1701 ਈਸਵੀ ਤੋਂ ਲੈ ਕੇ 1900 ਈਸਵੀ ਦੇ ਤੱਕ ਚੱਲਦਾ ਹੈਗਾ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਜਿਹੜਾ ਗੁਰੂ ਨਾਨਕ ਕਾਲ ਹੈਗਾ ਉਸ ਨੂੰ ਆਪਾਂ ਕਿਸ ਕਿਸ ਨਾਮ ਦੇ ਨਾਲ ਜਾਣਦੇ ਹਾਂ। ਇੱਥੇ ਆਪਾਂ ਨੇ ਦੋ ਭਾਗਾਂ ਦੇ ਵਿੱਚ ਤਾਂ ਇਸ ਨੂੰ ਵੰਡ ਹੀ ਦਿੱਤਾ, ਠੀਕ ਹੈ। ਤੇ ਇਸ ਦੇ ਵਿੱਚ ਆਪਾਂ ਇਸ ਨੂੰ ਜਾਣਦੇ ਕਿਸ ਨਾਮ ਦੇ ਨਾਲ ਆ, ਇਹ ਵੀ ਤੁਸੀਂ ਦੇਖੋ। ਹੁਣ ਗੁਰੂ ਨਾਨਕ ਕਾਲ ਹੈਗਾ ਜਿਹੜਾ 1501 ਤੋਂ ਲੈ ਕੇ 1700 ਈਸਵੀ ਤੱਕ ਦਾ ਜਿਹੜਾ ਟਾਈਮ ਪੀਰੀਅਡ ਹੈਗਾ ਉਸ ਨੂੰ ਆਪਾਂ ਗੁਰੂ ਨਾਨਕ ਕਾਲ ਦੇ ਨਾਮ ਨਾਲ ਜਾਣਦੇ ਹਾਂ। ਤੇ ਬਾਕੀ ਉਸਦੇ ਅਦਰ ਨੇਮਸ ਕੀ ਨੇ? ਅਦਰ ਨੇਮ ਗੁਰੂ ਨਾਨਕ ਕਾਲ ਤਾਂ ਆਪਾਂ ਕਹਿੰਦੇ ਹਾਂ, ਜਾਂ ਨਾਨਕ ਕਾਲ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ। ਤੇ ਉਸ ਤੋਂ ਬਾਅਦ ਗੁਰਮਤ ਕਾਲ ਵੀ ਆਪਾਂ ਕਹਿ ਸਕਦੇ ਹਾਂ। ਦੇਖੋ ਗੁਰਮਤ ਜਿੱਦਾਂ ਕਿ ਆਪਾਂ ਨੇ ਇੱਥੇ ਦੇਖਿਆ ਇਹ ਪੀਰੀਅਡ ਸੀਗਾ, ਠੀਕ ਹੈ, ਗੁਰੂ ਨਾਨਕ ਦੇਵ ਜੀ ਦਾ, ਠੀਕ ਹੈ, 1700 ਈਸਵੀ ਤੱਕ। ਤਾਂ ਦੇਖੋ ਆਪਾਂ 1604 ਤੱਕ ਕਹਿੰਦੇ ਹਾਂ ਕਿ ਉੱਥੋਂ ਗੁਰੂ ਅਰਜਨ ਦੇਵ ਜੀ ਨੇ ਰਚਨਾਵਾਂ ਆਪਾਂ ਸੰਪਾਦਨ ਕੀਤਾ ਉਹਨਾਂ ਨੇ, ਠੀਕ ਹੈ, ਜਾਂ ਗੁਰੂਆਂ ਦੇ ਦੁਆਰਾ ਜਿਹੜੀਆਂ ਰਚਨਾਵਾਂ ਰਚੀਆਂ ਗਈਆਂ ਗੁਰਮਤ, ਠੀਕ ਹੈ, ਗੁਰੂਆਂ ਦਾ ਜਿਹੜਾ ਟਾਈਮ ਪੀਰੀਅਡ ਸੀਗਾ ਉਹ ਗੁਰਮਤ ਕਾਲ ਹੋ ਗਿਆ। ਹੁਣ 1700 ਈਸਵੀ ਤੱਕ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਦੇ ਹਾਂ ਤੇ ਉੱਥੇ ਤੱਕ ਜਿਹੜਾ ਟਾਈਮ ਪੀਰੀਅਡ ਸੀਗਾ ਗੁਰਮਤ ਕਾਲ ਦਾ ਪੀਰੀਅਡ ਸੀਗਾ, ਇਹ ਆਪਾਂ ਨੇ ਇੱਥੇ ਦੇਖਿਆ ਹੈਗਾ, ਠੀਕ ਹੈ। ਤੇ ਗੁਰਮਤ ਕਾਲ ਆਪਾਂ ਗੁਰੂ ਨਾਨਕ ਕਾਲ ਨੂੰ ਕਹਿੰਦੇ ਹਾਂ। ਤੇ ਮੁਗਲ ਕਾਲ ਇੱਕ ਪਾਸੇ ਪਾਤਸ਼ਾਹੀਆਂ ਸੀ ਤੇ ਦੂਜੇ ਪਾਸੇ ਬਾਦਸ਼ਾਹੀਆਂ ਸੀ, ਠੀਕ ਹੈ। ਇਹ ਚੀਜ਼ ਤੁਸੀਂ ਸਮਝ ਕੇ ਹੋਵੋਗੇ ਇਸ ਗੱਲ ਨੂੰ, ਇੱਕ ਪਾਸੇ ਪਾਤਸ਼ਾਹੀਆਂ ਤੇ ਦੂਜੇ ਪਾਸੇ ਬਾਦਸ਼ਾਹੀਆਂ। ਹੁਣ ਪਾਤਸ਼ਾਹੀਆਂ ਦੇ ਵਿੱਚ ਗੁਰੂ ਜਿਹੜੇ ਗੁਰੂਆਂ ਦੀਆਂ ਆਪਾਂ ਗੁਰਗੱਦੀਆਂ ਨੇਗੀਆਂ, ਠੀਕ ਹੈ, ਗੁਰੂਆਂ ਦੇ ਵਿੱਚ ਪਹਿਲੇ ਗੁਰੂ ਹੋਏ, ਦੂਜੇ ਗੁਰੂ, ਤੀਜੇ ਗੁਰੂ, ਇੱਦਾਂ ਇੱਕ ਪਾਸੇ ਤਾਂ ਇਹ ਚੱਲ ਰਿਹਾ ਸੀਗਾ ਸਿਮਿਲਰ ਟਾਈਮ ਦੇ ਵਿੱਚ ਪੈਰਲਲ ਪੀਰੀਅਡ, ਤੇ ਇੱਕ ਪਾਸੇ ਉਹਨਾਂ ਦੇ ਹੀ ਅਦਰ ਸਾਈਡ ਚੱਲ ਰਿਹਾ ਸੀਗਾ ਜਿਹੜਾ ਮੁਗਲ ਪੀਰੀਅਡ ਚੱਲ ਰਿਹਾ ਸੀਗਾ ਨਾਲ ਹੀ ਉਸਦੇ। ਉੱਧਰੋਂ ਬਾਬਰ ਗੱਦੀ 'ਤੇ ਹੈ, ਹਿਮਾਯੂ ਆ, ਫਿਰ ਉਸ ਤੋਂ ਬਾਅਦ ਫਿਰ ਆਪਾਂ ਨੂੰ ਅਕਬਰ ਦੇਖਣ ਨੂੰ ਮਿਲਦਾ ਹੈ। ਉੱਦਾਂ ਇਹ ਸਾਰੀ ਪੀਰੀਅਡ ਇਹਨਾਂ ਦਾ ਚੱਲਦਾ ਗਿਆ। ਤਾਂ ਆਪਾਂ ਮੁਗਲ ਕਾਲ ਹੈਗਾ ਜਿਹੜਾ ਇਸ ਦੇ ਵਿੱਚ ਨਾਲ ਹੀ ਇਸ ਦੇ ਪੈਰਲਲ ਪੀਰੀਅਡ ਚੱਲਦਾ ਪਿਆ ਸੀ। ਤੇ ਮੱਧ ਕਾਲ ਦਾ ਤਾਂ ਇਹ ਪਾਰਟ ਹੈਗਾ, ਇੱਕ ਸਬ ਪਾਰਟ ਹੈਗਾ ਮੱਧ ਕਾਲ ਦੇ ਵਿੱਚੋਂ, ਤਾਂ ਇਹ ਨਿਕਲੇਗਾ, ਆਪਾਂ ਮੱਧ ਕਾਲ ਵੀ ਇਸ ਨੂੰ ਕਹਿ ਸਕਦੇ ਹਾਂਗੇ। ਇਹ ਸਾਰੇ ਜਿਹੜੇ ਆਪਾਂ ਇਸ ਦੇ ਵਿੱਚ ਕਾਊਂਟ ਕਰਦੇ ਹਾਂ। ਤੇ ਇੱਕ ਚੀਜ਼ ਹੋਰ ਤੁਹਾਡੇ ਲਈ ਦੇਖੋ, ਜਿਹੜਾ ਗੁਰੂ ਨਾਨਕ ਕਾਲ ਹੈ, ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ ਪੰਜਾਬੀ ਸਾਹਿਤ ਦਾ ਜਿਹੜਾ ਸੁਨਹਿਰੀ ਯੁੱਗ ਕਿਸ ਕਾਲ ਨੂੰ ਮੰਨਿਆ ਜਾਂਦਾ ਹੈ, ਉਹ ਆਪਾਂ ਗੁਰੂ ਨਾਨਕ ਕਾਲ ਨੂੰ ਮੰਨਦੇ ਹਾਂ, ਠੀਕ ਹੈ ਜੀ। ਇਹ ਚੀਜ਼ ਤੁਸੀਂ ਨੇ ਪੁਆਇੰਟ ਇਹ ਨੋਟ ਕਰ ਲੈਣਾ ਹੈ। ਤੇ ਕਾਪੀ ਦੇ ਵਿੱਚ ਜੋ ਵੀ ਤੁਹਾਡੇ ਨੋਟਸ ਤੁਸੀਂ ਨਾਲ ਦੀ ਨਾਲ ਬਣਾਉਂਦੇ ਚੱਲਣਾ ਹੈ ਤੇ ਨਾਲ ਫਿਰ ਤੁਸੀਂ ਰਿਵੀਜ਼ਨ ਵੀ ਇਸ ਦੀ ਡੇਲੀ ਕਰਦੇ ਰਿਹਾ ਕਰਨਾ ਹੈ। ਤੇ ਪੁਆਇੰਟ ਜਿੱਦਾਂ ਕਿ ਆਪਾਂ ਨੇ ਇੱਥੇ ਤੁਹਾਨੂੰ ਪੁਆਇੰਟਾਂ ਦੇ ਵਿੱਚ ਇਹ ਸਭ ਕੁਝ ਲਿਖਵਾਇਆ ਹੈਗਾ, ਤੁਸੀਂ ਨਾਲ ਦੀ ਨਾਲ ਇਹਨਾਂ ਨੂੰ ਆਪਣੀ ਨੋਟਬੁੱਕ ਦੇ ਵਿੱਚ ਵਧੀਆ ਇੱਕ ਤਰੀਕੇ ਦੇ ਨਾਲ ਨੋਟ ਤਿਆਰ ਕਰਦੇ ਰਹਿਣਾ ਹੈ। ਤੇ ਜਿਹੜੀ PDF ਹੋਏਗੀ, ਇਹ PDF ਜਿਸ ਤੋਂ ਆਪਾਂ ਤੁਹਾਨੂੰ ਪੜ੍ਹਾ ਰਹੇ ਹਾਂਗੇ, ਇਹ ਤੁਹਾਨੂੰ PDF ਵੀ ਮਿਲ ਜਾਏਗੀ, ਠੀਕ ਹੈ। ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰੋਗੇ, ਉੱਥੇ ਐਪ ਦੇ ਵਿੱਚ ਤੁਹਾਨੂੰ ਇਹ PDF ਮਿਲ ਜਾਏਗੀ। ਐਪ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੈਗਾ। ਹੁਣ ਦੇਖੋ ਸਾਹਿਤ ਦਾ ਜਿਹੜਾ ਆਪਾਂ ਸੁਨਹਿਰੀ ਯੁੱਗ ਮੰਨਦੇ ਹਾਂ, ਗੁਰੂ ਨਾਨਕ ਕਾਲ ਹੈਗਾ ਜਿਹੜਾ। ਤੇ ਨਾਲ ਹੀ ਇੱਕ ਚੀਜ਼ ਇੱਥੇ ਇਹ ਵੀ ਦੇਖਣ ਦੇ ਵਿੱਚ ਆਉਂਦੀ ਹੈ ਕਿ ਜਿਹੜਾ ਲਿਟਰੇਚਰ ਰਚਿਆ ਗਿਆ, ਠੀਕ ਹੈ, ਇਹ ਸਾਰਾ ਕੁਝ ਇਸ ਕਾਲ ਦੇ ਵਿੱਚ ਸਿਖਰ ਦੇ ਉੱਤੇ ਸੀਗਾ, ਜਾਂ ਪੀਕ ਦੇ ਉੱਤੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਟੌਪ ਕਲਾਸ, ਠੀਕ ਹੈ। ਸਭ ਤੋਂ ਜ਼ਿਆਦਾ ਜਿਹੜਾ ਲਿਟਰੇਚਰ ਦੀ ਰਚਨਾ ਹੋਈ ਹੈ ਉਹ ਗੁਰੂ ਨਾਨਕ ਕਾਲ ਦੇ ਵਿੱਚ ਹੋਈ ਹੈ। ਤਾਂ ਇਸ ਦੀ ਇੱਕ ਉਦਾਹਰਨ ਜੇਕਰ ਆਪਾਂ ਤੁਹਾਡੇ ਸਾਹਮਣੇ ਰੱਖ ਦਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਰਚਨਾ ਹੋਈ ਹੈ ਉਹ ਇਸ ਕਾਲ ਦੇ ਵਿੱਚ ਹੀ ਹੋਈ ਹੈਗੀ, ਠੀਕ ਹੈ। ਸਭ ਤੋਂ ਵੱਡਾ ਲਿਟਰੇਚਰ ਜੇਕਰ ਆਪਾਂ ਨੇ ਦੇਖਣਾ ਹੋਵੇ ਤਾਂ ਇਹ ਆਪਣੇ ਸਾਹਮਣੇ ਆਏਗਾ, ਠੀਕ ਹੈ ਜੀ। ਤਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਸਾਹਿਤ ਸੀਗਾ ਜਿਹੜਾ ਉਸ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਲਿਟਰੇਚਰ ਜਿਹੜਾ ਰਚਿਆ ਗਿਆ ਗੁਰੂ ਨਾਨਕ ਕਾਲ ਦੇ ਵਿੱਚ, ਠੀਕ ਹੈ। ਬਾਕੀ ਜਿਹੜੀਆਂ ਭਾਈ ਗੁਰਦਾਸ ਦੀਆਂ ਵਾਰਾਂ ਜੋ ਵੀ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਦਾ, ਜੋ ਮੰਨ ਲਓ ਆਪਾਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਹੈ, ਠੀਕ ਹੈ, ਤੇ ਇਸ ਦੇ ਵਿੱਚ ਲਿਟਰੇਚਰ ਰਚਿਆ ਗਿਆ ਤੇ ਇਹ ਆਪਾਂ ਨੂੰ ਸ਼ਾਮਿਲ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਜਿਹੜੀਆਂ ਵੀ ਗੁਰੂਆਂ ਦੇ ਦੁਆਰਾ ਰਚਨਾਵਾਂ ਹੋਈਆਂ ਨੇ, ਭਗਤਾਂ ਦੇ ਦੁਆਰਾ, ਇਹ ਸਾਰਾ ਕੁਝ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦਾ ਹੈ। ਤੇ ਇਸ ਤੋਂ ਬਿਨਾਂ ਵੀ ਬਹੁਤ ਸਾਹਿਤ ਰਚਿਆ ਗਿਆ ਜੋ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਮਿਲਦਾ, ਠੀਕ ਹੈ। ਪੀਲੂ, ਠੀਕ ਹੈ, ਸਾਰੇ ਜਿਹੜੇ ਵੀ ਇਸ ਦੇ ਵਿੱਚ ਉਸ ਟਾਈਮ ਦੇ ਰਾਈਟਰ ਹੋਏ ਆ, ਜਿਨ੍ਹਾਂ ਦਾ ਇਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜ਼ਿਕਰ ਨਹੀਂ ਹੈਗਾ, ਇਹਨਾਂ ਦੀ ਰਚਨਾਵਾਂ ਨਹੀਂ, ਪਰ ਉਹਨਾਂ ਦਾ ਵੀ ਤਾਂ ਸਾਹਿਤ ਰਚਿਆ ਗਿਆ। ਪਰ ਉਹ ਪੀਰੀਅਡ ਕਿਹੜਾ ਸੀਗਾ? ਉਹ ਗੁਰੂ ਨਾਨਕ ਕਾਲ ਸੀ। ਬਾਕੀ ਇਹ ਅੱਜ ਦਾ ਵਿਸ਼ਾ ਨਹੀਂ ਹੈ ਆਪਣਾ, ਠੀਕ ਹੈ। ਤੇ ਇਹ ਆਪਾਂ ਜਦੋਂ ਪੜਾਂਗੇ, ਜਦੋਂ ਸਿਲੇਬਸ ਦੇ ਵਿੱਚ ਇਹ ਕੁਝ ਆਏਗਾ ਸਿਲੇਬਸ ਦੇ ਵਿੱਚ, ਉਹ ਆਪਾਂ ਉਦੋਂ ਪੜਾਂਗੇ। ਪਰ ਆਪਾਂ ਅੱਜ 12 ਬਾਰੇ ਪੜ੍ਹਨਾ ਹੈਗਾ। ਫਿਲਹਾਲ ਤੁਹਾਨੂੰ ਆਪਾਂ ਇੱਥੇ ਬਸ ਕਾਲ ਵੰਡ ਦੱਸ ਰਹੇ ਸੀਗੇ, ਥੋੜ੍ਹਾ ਬਹੁਤਾ ਇੱਦਾਂ ਇਸ ਨੂੰ ਸਮਝੀਏ, ਤੇ ਉਸ ਤੋਂ ਬਾਅਦ ਫਿਰ ਆਪਾਂ ਉੱਥੇ ਚੱਲਾਂਗੇ ਜੋ ਤੁਹਾਨੂੰ ਅੱਜ ਆਪਾਂ ਨੇ ਪੜਾਉਣਾ ਹੈਗਾ ਬੀਰ ਕਾਵਿ। ਹੁਣ ਦੇਖੋ ਉੱਤਰ ਨਾਨਕ ਕਾਲ ਹੈਗਾ ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦਾ ਟਾਈਮ ਸੀਗਾ 1701 ਤੋਂ 1900 ਤੱਕ ਦਾ, ਇਹ ਤੁਸੀਂ ਸਮਝ ਲਿਆ ਹੋਏਗਾ। ਦੇਖੋ, ਠੀਕ ਹੈ,
ਤੇ ਬਾਕੀ ਉਸ ਤੋਂ ਬਾਅਦ ਆਧੁਨਿਕ ਕਾਲ ਆ ਜਾਂਦਾ ਹੈਗਾ। ਆਧੁਨਿਕ ਕਾਲ ਜਿਹੜਾ 1901 ਤੋਂ ਲੈ ਕੇ ਹੁਣ ਤੱਕ ਸੀ। ਆਧੁਨਿਕ ਕਾਲ ਹੈਗਾ ਜਿਹੜਾ ਆਪਾਂ ਇਸ ਦੇ ਵਿੱਚ ਇਸ ਦਾ ਸਿਲੇਬਸ ਜਿਹੜਾ ਜ਼ਿਆਦਾ ਹੋਏਗਾ, ਜਦੋਂ ਆਪਾਂ ਪੜਾਂਗੇ ਇਸ ਦੇ ਵਿੱਚ ਕਿੱਸੇ ਨਾਵਲ ਵਗੈਰਾ ਜੋ ਵੀ ਹੋਏਗਾ ਉਹ ਸਾਰਾ ਕੁਝ ਜਿਹੜਾ ਸਿਲੇਬਸ ਦਾ ਜ਼ਿਆਦਾ ਵੱਡਾ ਪਾਰਟ ਹੈਗਾ ਆਪਣਾ ਉਹ ਇਹ ਰਹਿਣ ਵਾਲਾ ਹੈਗਾ। ਠੀਕ ਹੈ, ਤਾਂ ਇਹਦੇ ਵਿੱਚ ਕਿੱਸੇ ਵਗੈਰਾ ਜੋ ਵੀ ਆਪਾਂ ਭਾਈ ਵੀਰ ਸਿੰਘ ਜੀ ਤੋਂ ਲੈ ਕੇ ਅੱਗੇ ਪਾਸ਼, ਅਵਤਾਰ ਸਿੰਘ ਪਾਸ਼ ਜਾਂ ਅੰਮ੍ਰਿਤਾ ਪ੍ਰੀਤਮ ਵਗੈਰਾ ਜੋ ਵੀ ਜਿੰਨਾ ਕੁਝ ਪੜ੍ਹਨਾ ਹੈਗਾ ਉਹ ਸਾਰਾ ਕੁਝ ਆਪਾਂ ਨੂੰ ਇਸ ਭਾਗ ਦੇ ਵਿੱਚ ਦੇਖਣ ਨੂੰ ਮਿਲੇਗਾ। ਬਾਕੀ ਇਹ ਚੀਜ਼ ਆਪਾਂ ਨੇ ਇੱਕ ਵਾਰ ਸਮਝ ਲਈ ਹੈਗੀ। ਠੀਕ ਹੈ, ਹੁਣ ਦੇਖੋ ਆਪਾਂ ਗੱਲ ਜਿਹੜੀ ਕਰਦੇ ਪਏ ਸੀਗੇ ਕਿ ਆਦਿਕਾਲ ਤੁਹਾਨੂੰ ਪਤਾ ਲੱਗ ਗਿਆ ਤੇ ਮੱਧਕਾਲ ਪਤਾ ਲੱਗ ਗਿਆ। ਮੱਧਕਾਲ ਦੇ ਵਿੱਚ ਹੀ ਅੱਗੇ ਦੋ ਪਾਰਟ ਆਪਾਂ ਨੇ ਇਹ ਬਣਾ ਦਿੱਤੇ ਨੇ, ਗੁਰੂ ਨਾਨਕ ਕਾਲ ਤੇ ਉੱਤਰ ਨਾਨਕ ਕਾਲ। ਠੀਕ ਹੈ, ਤੇ ਉਸ ਤੋਂ ਬਾਅਦ ਆਧੁਨਿਕ ਕਾਲ ਜਿਹੜਾ ਕਿ ਅੱਜ ਦਾ ਆਪਣਾ ਇਹ ਕਾਲ ਚੱਲਦਾ ਪਿਆ। ਇਹ ਤਿੰਨ ਚੀਜ਼ਾਂ ਆਪਾਂ ਨੇ ਤਿੰਨ ਪਾਰਟ ਇਸ ਤੇ ਬਣਾ ਲਏ। ਬਾਕੀ ਹੁਣ ਆਪਾਂ ਜੇਕਰ ਗੱਲ ਕਰੀਏ ਜਿਹੜਾ ਆਪਾਂ ਟੌਪਿਕ ਸਟਾਰਟ ਕੀਤਾ ਬੀਰ ਕਾਵਿ ਦਾ, ਬੀਰ ਕਾਵਿ ਦੇ ਵਿੱਚ ਆਪਾਂ 12 ਪੜਾਂਗੇ, ਜੰਗਨਾਮੇ ਪੜਾਂਗੇ ਤੇ ਗੁਰਬਿਲਾਸ ਦਾ ਵੀ ਜ਼ਿਕਰ ਤੁਹਾਨੂੰ ਦੇਖਣ ਨੂੰ ਮਿਲੇਗਾ। ਇਹ ਸਾਰਾ ਕੁਝ ਆਪਾਂ ਬੀਰ ਕਾਵਿ ਦੇ ਵਿੱਚ ਪੜਨ ਵਾਲੇ ਆ। ਆਦਿ ਕਾਲ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਬੀਰ ਕਾਵਿ ਦੇ ਉੱਤੇ ਆਪਾਂ ਟੌਪਿਕ ਦੇ ਉੱਤੇ ਆਉਂਦੇ ਆ। ਹੁਣ ਦੇਖੋ ਬੀਰ ਕਾਵਿ ਦੇ ਵਿੱਚ ਉਸ ਟਾਈਮ ਆਦਿ ਕਾਲ ਦੀ ਜਿਹੜੀ ਜਦੋਂ ਆਪਾਂ ਗੱਲ ਕੀਤੀ ਹੈ, ਆਦਿ ਕਾਲ ਦੇ ਵਿੱਚ ਦੇਖੋ ਇਸ ਦੇ ਸਾਹਮਣੇ ਜਿਹੜੀ ਚੀਜ਼ ਹੈਗੀ ਉਹ ਇਸ ਟਾਈਮ ਦੇ ਵਿੱਚ ਰਚੀ ਗਈ। ਆਪਾਂ ਨੇ ਇਸੇ ਤਰ੍ਹਾਂ ਤੁਹਾਡੇ ਲਈ ਇਹ ਜਿਹੜਾ ਆਪਾਂ ਚਾਰਟ ਹੈਗਾ ਜਿਹੜਾ ਬਣਾਇਆ। ਹੁਣ ਦੇਖੋ ਆਦਿ ਕਾਲ ਦੇ ਵਿੱਚ 12 ਰਚੀਆਂ ਗਈਆਂ ਨੇ, ਪਰ 6 ਵਾਰਾਂ ਨੇਗੇ ਜਿਹੜੀਆਂ ਆਪਾਂ ਨੂੰ ਪੂਰੇ ਆਦਿ ਕਾਲ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਇਹਨਾਂ ਦਾ ਜ਼ਿਕਰ। ਠੀਕ ਹੈ, ਇਹ 6 ਵਾਰਾਂ ਨੇਗੀਆਂ ਜਿਹੜੀਆਂ ਲੋਕ ਵਾਰਾਂ ਸੀਗੀਆਂ। ਇੱਕ ਚੀਜ਼ ਇੱਥੇ ਤੁਸੀਂ ਨੇ ਇਹ ਸਮਝ ਲੈਣੀ ਹੈ, ਲੋਕ ਵਾਰਾਂ ਹੁੰਦੀਆਂ ਕੀ ਨੇਗੀਆਂ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਲੋਕ ਗੀਤ, ਲੋਕ ਗੀਤ ਕੀ ਹੁੰਦੇ ਨੇ, ਉਹ ਲੋਕਾਂ ਦੇ ਦੁਆਰਾ ਹੀ ਰਚੇ ਗਏ ਨੇ। ਲੋਕ ਹੀ ਉਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹੀਰੋ ਹੁੰਦੇ ਨੇ, ਨਾਇਕ ਹੁੰਦੇ ਨੇ, ਖਲਨਾਇਕ ਹੁੰਦੇ ਨੇ, ਲੋਕ ਹੀ ਉਸ ਦੇ ਵਿੱਚ ਕਰਤਾ ਧਰਤਾ ਨੇਗੇ ਸਭ ਕੁਝ। ਜਾਂ ਲੌਕਿਕ ਵਾਰਾਂ ਦਾ ਆਪਾਂ ਇਸ ਦਾ ਨਾਮ ਇਸ ਨੂੰ ਦੇ ਸਕਦੇ ਹਾਂਗੇ। ਲੋਕ ਵਾਰਾਂ ਨੇਗੀਆਂ ਇਹ 6 ਲੋਕ ਵਾਰਾਂ ਦਾ ਆਪਾਂ ਨੂੰ ਇਸ ਦੇ ਵਿੱਚ ਜ਼ਿਕਰ ਮਿਲਦਾ ਆਦਿ ਕਾਲ ਦੇ ਵਿੱਚ। ਇਹ ਆਪਾਂ ਸਮਝਾਂਗੇ ਕਿ ਕਿਹੜੀਆਂ ਕਿਹੜੀਆਂ ਵਾਰਾਂ ਨੇ। ਲੋਕ ਵਾਰਾਂ ਕਹਿਣ ਦਾ ਮਤਲਬ ਇਹ ਵੀ ਹੈ ਕਿ ਇਹਨਾਂ ਦਾ ਆਪਾਂ ਨੂੰ ਰਚਨਹਾਰ ਨਹੀਂ ਕੋਈ ਮਿਲਦਾ, ਇਹਨਾਂ ਦਾ ਰਾਈਟਰ ਕੌਣ ਸੀ ਇਹ ਆਪਣੇ ਕੋਲ ਮਤਲਬ ਕਿ ਪ੍ਰੂਫ ਨਹੀਂ ਹੁੰਦਾ ਇਸ ਦਾ, ਤਾਂ ਕਰਕੇ ਇਹ ਲੋਕ ਵਾਰਾਂ ਆਪਾਂ ਇਸ ਨੂੰ ਕਾਊਂਟ ਕਰਦੇ ਹਾਂ। ਤਾਂ ਹੁਣ ਦੇਖੋ ਕਿਸੇ ਬੰਦੇ ਨੇ ਕੀ ਕੀਤਾ, ਜੋ ਵੀ ਵਾਰਾਂ ਸੀ। ਠੀਕ ਹੈ, ਅੱਜ ਦੇ ਟਾਈਮ ਦੇ ਉੱਤੇ ਆਪਾਂ ਸੁਹਾਗ ਘੋੜੀਆਂ ਸੁਣਦੇ ਹਾਂ, ਵਿਆਹ ਦੇ ਵਿੱਚ ਜਿਹੜੇ ਗੀਤ ਗਾਏ ਜਾਂਦੇ ਨੇ। ਠੀਕ ਹੈ, ਉਹਨਾਂ ਦਾ ਆਪਾਂ ਨੂੰ ਕੋਈ ਇਹ ਨਹੀਂ ਪਤਾ ਕਿ ਕਿਸ ਬੰਦੇ ਨੇ ਉਹ ਲਿਖੇ ਹੋਣਗੇ ਵਿਆਹ ਦੇ ਵਿੱਚ। ਠੀਕ ਹੈ, ਪਾਣੀ ਬਾਰ ਬੰਨੇ ਦੀ ਮਾਏ ਜਾਂ ਜੋ ਵੀ ਕੁਛ ਆਪਾਂ ਸੁਣਦੇ ਹਾਂ ਤਾਂ ਆਪਾਂ ਨੂੰ ਇਹ ਤਾਂ ਨਹੀਂ ਪਤਾ ਕਿ ਉਹ ਕਿਸ ਬੰਦੇ ਨੇ ਲਿਖਿਆ, ਪਰ ਜਿਸ ਦਾ ਵੀ ਵਿਆਹ ਹੁੰਦਾ ਉਸ ਵਿਆਹ ਦੇ ਵਿੱਚ ਬੁੜੀਆਂ ਦੁਆਰਾ ਗਾ ਲਏ ਜਾਂਦੇ ਨੇ। ਉਹ ਇੱਦਾਂ ਹੀ ਕਹਿ ਸਕਦੇ ਹਾਂ ਕਿ ਉਹ ਇੱਕ ਲੋਕ ਗੀਤ ਦਾ ਰੂਪ ਆਪਾਂ ਉਸ ਨੂੰ ਮੰਨ ਲੈਂਦੇ ਹਾਂ। ਇੱਦਾਂ ਹੀ ਕੀ ਹੋਇਆ ਕਿ ਇਹ ਜਿਹੜੀਆਂ ਵਾਰਾਂ ਸੀਗੀਆਂ ਇਹ ਨਹੀਂ ਪਤਾ ਲੱਗਿਆ ਕਿ ਕਿੰਨਾ ਨੇ ਲਿਖਿਆ ਇਹਨਾਂ ਨੂੰ। ਠੀਕ ਹੈ, ਇੱਦਾਂ ਲੋਕਾਂ ਦੇ ਮੂੰਹ ਚੜੀਆਂ ਹੋਈਆਂ ਸੀਗੀਆਂ ਇਹ। ਤਾਂ ਹੁਣ ਦੇਖੋ ਕਿਸੇ ਬੰਦੇ ਨੇ ਕੀ ਕੀਤਾ ਹੋਏਗਾ, ਇੱਕ ਬੰਦੇ ਨੇ ਇੱਕ ਵਾਰ ਲਿਖੀ, 2 ਲਿਖੀ, 3 ਲਿਖੀ, 4 ਲਿਖੀ, 5 ਲਿਖੀ, 6 ਲਿਖੀ। 6 ਵਾਰਾਂ ਮੰਨ ਲਓ ਉਸ ਟਾਈਮ ਦੇ ਵਿੱਚ ਲਿਖੀਆਂ ਗਈਆਂ। ਉਸ ਤੋਂ ਬਾਅਦ 7ਵੀਂ ਵਾਰ ਲਿਖੀ, 8ਵੀਂ ਵਾਰ ਲਿਖੀ, 9ਵੀਂ ਵਾਰ ਲਿਖੀ। ਤਾਂ ਹੁਣ ਦੇਖੋ 6 ਵਾਰਾਂ ਤਾਂ ਉਹ ਲਿਖ ਦਿੱਤੀਆਂ। ਠੀਕ ਹੈ, ਪਰ 6 ਵਾਰਾਂ ਲਿਖਤੀਆਂ ਉਹ 1500 ਤੱਕ, 1500 ਈਸਵੀ ਤੱਕ 6 ਵਾਰਾਂ ਲਿਖਤੀਆਂ। ਉਸ ਤੋਂ ਬਾਅਦ ਕੀ ਹੋਇਆ, 1501 ਈਸਵੀ ਆ ਗਿਆ। ਠੀਕ ਹੈ, ਈਸਵੀ ਚੇਂਜ ਹੋ ਗਈ, ਈਅਰ ਤਾਂ ਰੁਕਦੇ ਨਹੀਂ। ਤਾਂ 7ਵੀਂ, 8ਵੀਂ, 9ਵੀਂ ਇਹ 3 ਵਾਰਾਂ ਸੀਗੀਆਂ ਜਿਹੜੀਆਂ ਇਸ ਪੀਰੀਅਡ ਦੇ ਵਿੱਚ ਚਲੀਆਂ ਗਈਆਂ। ਤਾਂ ਦੇਖੋ ਵੈਰੀ ਈਜ਼ੀ ਤਰੀਕੇ ਦੇ ਨਾਲ ਤੁਸੀਂ ਸਮਝ ਗਏ ਹੋਵੋਗੇ। 6 ਵਾਰਾਂ ਤਾਂ ਜਿਹੜੀਆਂ ਰਚੀਆਂ ਗਈਆਂ ਸੀਗੀਆਂ, ਠੀਕ ਹੈ, ਉਹ ਇੱਥੇ ਉੱਪਰਲੇ ਕਾਲ ਦੇ ਵਿੱਚ ਆ ਗਈਆਂ ਆਦਿ ਕਾਲ ਦੇ ਵਿੱਚ। ਉਸ ਤੋਂ ਬਾਅਦ 7ਵੀਂ, 8ਵੀਂ, 9ਵੀਂ ਯਾਨੀ ਕਿ 3 ਵਾਰਾਂ ਹੋਰ ਰਚੀਆਂ ਗਈਆਂ ਉਹ ਮੱਧ ਕਾਲ ਦੇ ਵਿੱਚ ਆ ਗਈਆਂ, ਕਿਉਂਕਿ ਈਅਰ ਚੇਂਜ ਹੋ ਗਏ। ਟਾਈਮ ਤਾਂ ਉਸੇ ਤਰ੍ਹਾਂ ਚੱਲਦਾ ਰਿਹਾ 6, 7, 8, 9। ਠੀਕ ਹੈ, ਇਹ ਸਾਰੀਆਂ ਵਾਰਾਂ 3 ਵਾਰਾਂ ਫਿਰ ਜਿਹੜੀਆਂ ਅੱਗੇ ਦੀਆਂ ਰਚੀਆਂ ਗਈਆਂ ਉਹ ਅਗਲੇ ਕਾਲ ਦੇ ਵਿੱਚ ਆ ਗਈਆਂ। ਇੱਦਾਂ ਤਾਂ ਨਹੀਂ ਸੀਗਾ ਕਿ ਆਪਾਂ ਨੇ ਲਖੀਰ ਮਾਰਤੀ ਤੇ ਉਹ ਟਾਈਮ ਅਲੱਗ ਹੋ ਗਿਆ, ਇਹ ਅਲੱਗ ਹੋ ਗਿਆ। ਹੁਣ ਦੇਖੋ ਇੱਕ ਮੰਨ ਲਓ 2020 ਈਅਰ ਹੈ ਤੇ ਇੱਕ 2021 ਹੈ। ਹੁਣ ਕੀ 2020 ਤੇ 21 ਦੇ ਵਿੱਚ ਗਾਣਿਆਂ ਦਾ ਫਰਕ ਪਿਆ ਹੋਏਗਾ? ਨਹੀਂ ਪਿਆ, ਕਿਉਂਕਿ 21 ਦੇ ਵਿੱਚ ਗਾਣੇ ਆਏ ਉਸੇ ਤਰ੍ਹਾਂ ਦੇ ਆਪਾਂ ਨੂੰ, ਠੀਕ ਹੈ, 20 ਦੇ ਵਿੱਚ ਦੇਖਣ ਨੂੰ ਮਿਲੇ, ਪਰ ਈਅਰ ਚੇਂਜ ਹੋ ਗਿਆ। ਇਦਾਂ ਹੀ ਇਹ ਸੀਗਾ 6 ਵਾਰਾਂ ਤਾਂ ਇੱਥੇ ਲੋਕ ਵਾਰਾਂ ਸੀ ਜਿਹੜੀਆਂ ਲਿਖੀਆਂ ਗਈਆਂ, 3 ਵਾਰਾਂ ਆਪਾਂ ਇੱਧਰ ਆ ਗਈਆਂ ਕਿਉਂਕਿ ਈਅਰ ਚੇਂਜ ਹੋ ਗਿਆ। ਵੈਸੇ ਤਾਂ ਜੇਕਰ ਇਹ ਕੁਝ ਸਾਲ ਪਹਿਲਾਂ ਲਿਖੀਆਂ ਜਾਂਦੀਆਂ ਤਾਂ ਆਪਾਂ ਇੱਥੇ ਇਹਨਾਂ ਨੂੰ ਹੀ 9 ਵਾਰਾਂ ਬਣਾ ਦਿੰਦੇ, ਪਰ ਇੱਥੇ ਈਅਰ ਚੇਂਜ ਹੋਇਆ। ਠੀਕ ਹੈ, ਤਾਂ ਕਰਕੇ ਆਪਾਂ ਨੇ ਇਹਨੂੰ ਮੱਧ ਕਾਲ ਦੇ ਵਿੱਚ ਕਾਊਂਟ ਕਰ ਲਿਆ। ਬਾਕੀ ਆਪਾਂ ਨੂੰ ਇਹ ਨਹੀਂ ਮਿਲਦਾ ਕਿ ਇਹ ਕਿਹੜੇ ਈਅਰ ਦੇ ਵਿੱਚ ਲਿਖੀਆਂ ਗਈਆਂ ਨੇ, ਸਪੈਸ਼ਲ ਈਅਰ ਨਹੀਂ ਹੁੰਦਾ ਅੱਜ ਦੇ ਟਾਈਮ ਦੇ ਉੱਤੇ। ਤਾਂ ਜੇਕਰ ਆਪਾਂ ਗੱਲ ਕਰੀਏ ਕਿ ਮੇਰੇ ਸਾਈਆਂ ਜੀ ਉਹ ਬੁੱਕ ਲਿਖੀ ਗਈ ਹੈ, ਠੀਕ ਹੈ, ਉਹ ਕਿਹੜੇ ਈਅਰ ਦੇ ਵਿੱਚ ਲਿਖੀ ਗਈ ਹੈ ਆਪਾਂ ਨੂੰ ਇਹ ਪਤਾ ਹੁੰਦਾ ਹੈ। ਠੀਕ ਹੈ, ਸੁਰਜੀਤ ਪਾਤਰ ਦੀ ਕਿਹੜੀ ਬੁੱਕ ਹੈ, ਕਿਹੜੇ ਸੰਨ ਦੇ ਵਿੱਚ ਲਿਖੀ ਗਈ ਹੈ, ਇਹ ਆਪਾਂ ਨੂੰ ਸਭ ਕੁਝ ਪਤਾ ਹੁੰਦਾ ਕਿਉਂਕਿ ਅੱਜ ਆਪਣੇ ਕੋਲ ਸੋਰਸ ਬਹੁਤ ਨੇਗੇ, ਪਰ ਉਸ ਟਾਈਮ ਦੇ ਉੱਤੇ ਕੋਈ ਇੱਦਾਂ ਨਹੀਂ ਸੀਗਾ, ਤਾਂ ਕਰਕੇ ਇਹਨਾਂ ਦਾ ਈਅਰ ਨਹੀਂ ਪਤਾ ਲੱਗਿਆ, ਨਾਮ, ਰਾਈਟਰ ਵਗੈਰਾ ਕੁਛ ਨਹੀਂ। ਬਾਕੀ 12 ਦੇ ਨਾਮ ਆਪਾਂ ਅੱਗੇ ਪੜ੍ਹਨ ਵਾਲੇ ਹਾਂ। ਫਿਲਹਾਲ ਆਪਾਂ ਜੋ ਗੱਲਬਾਤ ਕਰਦੇ ਹਾਂ ਉਹ ਦੇਖੋ। ਤਾਂ ਆਦਿ ਕਾਲ ਦੀ ਆਪਾਂ ਨੇ ਗੱਲ ਕਰ ਲਈ, ਇਹਦੇ ਵਿੱਚ 6 ਲੋਕ ਵਾਰਾਂ,
ਸੀਗੀਆਂ ਜਿਹੜੀਆਂ ਲਿਖੀਆਂ ਗਈਆਂ ਨੇ। ਲੋਕ ਵਾਰਾਂ ਕੁੱਲ ਕਿੰਨੀਆਂ ਨੇ? 9 ਲੋਕ ਵਾਰਾਂ ਨੇ ਜਿਹੜੀਆਂ ਉਸ ਟਾਈਮ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਮੂੰਹ ਦੇ ਉੱਤੇ ਚੜੀਆਂ ਹੋਈਆਂ ਸੀ। ਅੱਜ ਦੇ ਟਾਈਮ ਦੇ ਵਿੱਚ ਆਪਾਂ ਜੇਕਰ ਦੇਖੀਏ ਕੋਈ ਵੀ ਗਾਣਾ ਜਿਹੜਾ ਆਪਾਂ ਕਹਿੰਦੇ ਆ ਕਿ ਲੋਕਾਂ ਦੇ ਮੂੰਹ ਦੇ ਉੱਤੇ ਚੜ੍ਹ ਜੇ, ਜਿਹੜਾ ਆਮ ਹੀ ਗਾਇਆ ਜਾਵੇ, ਜਿਵੇਂ ਸਿੱਧੂ ਮੂਸੇਵਾਲਾ ਦਾ ਗਾਣਾ ਸੀ 295, ਹਰ ਇੱਕ ਬੰਦੇ ਦੇ ਮੂੰਹ ਦੇ ਉੱਤੇ ਸੀਗਾ ਉਹ ਗਾਣਾ। ਤਾਂ ਇਦਾਂ ਹੀ ਸੀਗੀਆਂ ਇਹ 9 ਵਾਰਾਂ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ। ਇਹ 9 ਵਾਰਾਂ ਲੋਕਾਂ ਦੇ ਮੂੰਹ ਦੇ ਉੱਤੇ ਚੜੀਆਂ ਹੋਈਆਂ ਸੀ। 6 ਵਾਰਾਂ ਨੂੰ ਤਾਂ ਆਪਾਂ ਉੱਪਰਲੇ ਕਾਲ ਦੇ ਵਿੱਚ ਕਾਊਂਟ ਕਰ ਲਿਆ, 3 ਵਾਰਾਂ ਆਪਣੀਆਂ ਆ ਪਈਆਂ ਨੇ। ਇਹ 6 ਤੇ 3 9, ਇਹ 9 ਵਾਰਾਂ ਸੀ ਜਿਹੜੀਆਂ ਉਸ ਟਾਈਮ ਦੇ ਉੱਤੇ ਟ੍ਰੈਂਡਿੰਗ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਚੱਲਦੀਆਂ ਸੀਗੀਆਂ। ਉਸ ਤੋਂ ਬਾਅਦ ਕੀ ਹੋਇਆ, ਟਾਈਮ ਚੇਂਜ ਹੋਇਆ ਤੇ ਅਗਲਾ ਕਾਲ ਸੀਗਾ ਜਿਹੜਾ ਚਾਲੂ ਹੋ ਗਿਆ ਮੱਧਕਾਲ। ਮੱਧਕਾਲ ਦੀਆਂ 3 ਵਾਰਾਂ ਤਾਂ ਆਪਾਂ ਨੇ ਸਮਝ ਹੀ ਲਈਆਂ। ਤੇ ਉਸ ਤੋਂ ਬਾਅਦ ਗੁਰੂ ਨਾਨਕ ਕਾਲ ਸੀਗਾ ਜਿਹੜਾ, ਗੁਰੂ ਨਾਨਕ ਕਾਲ ਦੇ ਵਿੱਚ ਹੀ ਕਾਊਂਟ ਕਰਨਾ। ਤੁਸੀਂ ਨੇ ਇਹ ਚੀਜ਼ ਵੀ ਇੱਥੇ ਧਿਆਨ ਰੱਖਣਾ ਹੈਗਾ ਕਿ ਮੱਧਕਾਲ ਦੇ ਵਿੱਚ ਵੀ ਜੇਕਰ ਤੁਸੀਂ ਪੁੱਛ ਲਿਆ ਜਾਵੇ ਇਹ 3 ਵਾਰਾਂ ਸੀਗੇ ਜਿਹੜੀਆਂ ਇਹ ਗੁਰੂ ਨਾਨਕ ਕਾਲ ਦੇ ਵਿੱਚ ਹੀ ਆਉਂਦੀਆਂ ਨੇ, ਨਹੀਂ ਤਾਂ ਆਪਾਂ ਇੱਥੇ ਵੀ 3 ਵਾਰਾਂ ਲਿਖ ਸਕਦੇ ਸੀਗੇ। ਹੁਣ ਦੇਖੋ ਇੱਕ ਚੀਜ਼ ਹੋਰ ਤੁਹਾਡੇ ਲਈ ਦੱਸ ਦਿੰਦੇ ਹਾਂ ਕਿ ਆਹ ਜਿਹੜਾ ਆਪਾਂ ਨੇ ਕਲਰ ਕੰਬੀਨੇਸ਼ਨ ਤੁਹਾਡੇ ਲਈ ਕੀਤਾ ਇਹ ਵੀ ਤੁਸੀਂ ਧਿਆਨ ਦੇ ਨਾਲ ਸਮਝੋ। ਇੱਥੇ ਦੇਖੋ ਆਦਿ ਕਾਲ ਹੈਗਾ, ਆਦਿ ਕਾਲ ਰੈੱਡ ਕਲਰ ਦੇ ਵਿੱਚ ਹੈ ਤੇ ਇਹਦੀਆਂ 12 ਵੀ ਆਪਾਂ ਨੇ ਰੈੱਡ ਕਲਰ ਦੇ ਵਿੱਚ ਲਿਖੀਆਂ। ਹੁਣ ਦੇਖੋ ਮੱਧ ਕਾਲ ਸੀਗਾ ਜਿਹੜਾ, ਮੱਧ ਕਾਲ ਦੇ ਵਿੱਚ ਇੱਥੇ ਕਲਰ ਸੁਨਹਿਰੀ ਕਲਰ ਕਹਿ ਸਕਦੇ ਹਾਂ, ਇਹ ਸੁਨਹਿਰੀ ਕਾਲ ਸੀਗਾ ਉਸ ਟਾਈਮ ਦਾ, ਇਸ ਕਰਕੇ ਸੁਨਹਿਰੀ ਕਲਰ ਆਪਾਂ ਨੇ ਗੋਲਡਨ ਕਲਰ ਇਸ ਦੇ ਵਿੱਚ ਕਰ ਦਿੱਤਾ ਹੈਗਾ। ਠੀਕ ਹੈ, ਉਸ ਯਾਨੀ ਕਿ ਲਿਟਰੇਚਰ ਦਾ ਆਪਾਂ ਗੋਲਡਨ ਕਲਰ ਇਸ ਨੂੰ ਕਹਿ ਸਕਦੇ ਹਾਂ, ਗੋਲਡਨ ਪੀਰੀਅਡ ਕਹਿ ਸਕਦੇ ਹਾਂ ਤੇ ਗੋਲਡਨ ਹੀ ਕਲਰ ਆਪਾਂ ਨੇ ਇਸ ਦੇ ਵਿੱਚ ਕੀਤਾ। ਤਾਂ ਥੋੜ੍ਹਾ ਬਹੁਤਾ ਤੁਸੀਂ ਇਸ ਨੂੰ ਰਿਲੇਟ ਕਰ ਸਕੋਗੇ, ਇਸ ਕਰਕੇ ਆਪਾਂ ਨੇ ਇਸ ਨੂੰ ਹੈਲਪਫੁਲ ਬਣਾਉਣ ਦੇ ਲਈ ਕੀਤਾ। ਹੁਣ ਦੇਖੋ ਅੱਗੇ ਗੁਰੂ ਨਾਨਕ ਕਾਲ ਸਟਾਰਟ ਹੋ ਜਾਂਦਾ ਹੈ ਤੇ 3 ਵਾਰਾਂ ਆਪਾਂ ਨੇ ਜ਼ਿਕਰ ਕਰ ਲਿਆ। ਬਾਕੀ 12 ਦੇ ਨਾਮ ਆਪਾਂ ਅੱਗੇ ਪੜ੍ਹਨ ਵਾਲੇ ਹਾਂ ਕਿ ਕਿਹੜੀਆਂ-ਕਿਹੜੀਆਂ ਵਾਰਾਂ ਨੇ ਜਿਹੜੀਆਂ ਇਸ ਦੇ ਵਿੱਚ ਰਚੀਆਂ ਗਈਆਂ ਨੇ, ਇਹ 3 ਵਾਰਾਂ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਕਿ 22 ਅਧਿਆਤਮਿਕ ਵਾਰਾਂ ਦੀ ਰਚਨਾ ਵੀ ਹੋਈ ਹੈ ਇਸ ਕਾਲ ਦੇ ਵਿੱਚ, ਗੁਰੂ ਨਾਨਕ ਕਾਲ ਦੇ ਵਿੱਚ। 22 ਅਧਿਆਤਮਿਕ ਵਾਰਾਂ ਕਿਹੜੀਆਂ ਨੇਗੀਆਂ? ਜਿਹੜੀਆਂ ਕਿ ਗੁਰਮਤਿ ਦੇ ਵਿੱਚ ਪੜ੍ਹੀਆਂ ਜਾਂਦੀਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਤੁਹਾਨੂੰ ਮਿਲਣਗੀਆਂ ਇਹ 12। ਠੀਕ ਹੈ, ਜਿਵੇਂ ਕਿ ਆਪਾਂ ਪੜ੍ਹਦੇ ਹਾਂ। ਠੀਕ ਹੈ, ਮੰਨ ਲਓ ਗੁਰੂ ਨਾਨਕ ਦੇਵ ਜੀ ਨੇ 3 ਵਾਰਾਂ ਲਿਖੀਆਂ, ਗੁਰੂ ਅਮਰਦਾਸ ਜੀ ਨੇ ਲਿਖੀਆਂ, ਇਹ ਸਾਰੀਆਂ ਵਾਰਾਂ ਸੀਗੀਆਂ ਜਿਹੜੀਆਂ ਆਸਾ ਦੀ ਵਾਰ ਆਪਾਂ ਪੜ੍ਹਦੇ ਹਾਂ। ਠੀਕ ਹੈ, ਮਾਝ ਕੀ ਵਾਰ ਪੜ੍ਹਦੇ ਹਾਂ, ਮਲਾਰ ਦੀ ਵਾਰ ਪੜ੍ਹਦੇ ਹਾਂ, ਉਹ ਗੁਰੂਆਂ ਦੇ ਦੁਆਰਾ ਜਿਹੜੀਆਂ ਰਚੀਆਂ ਗਈਆਂ ਨੇ। ਉਹ 22 ਰਚਨਾਵਾਂ ਨੇ ਜਿਹੜੀਆਂ 22 ਵਾਰਾਂ ਨੇ। ਆਪਾਂ ਗੁਰਮਤਿ ਦੇ ਵਿੱਚ ਵੀ ਪੜ੍ਹਾਂਗੇ ਜਦੋਂ ਆਪਣੇ ਸਿਲੇਬਸ ਦੇ ਵਿੱਚ ਆਏਗਾ, ਵੈਸੇ ਵੀ ਤੁਹਾਨੂੰ ਆਪਾਂ ਨੇ ਦੱਸ ਦਿੱਤਾ। ਉਸ ਤੋਂ ਬਾਅਦ ਫਿਰ ਆਪਾਂ ਚੰਡੀ ਦੀ ਵਾਰ ਵੀ ਪੜ੍ਹਦੇ ਹਾਂ। ਠੀਕ ਹੈ, ਪੜ੍ਹਿਆ ਵੀ ਹੈ, ਸੁਣਿਆ ਵੀ ਆਪਾਂ ਨੇ। ਤੇ ਇਹ ਜਿਹੜੀ ਚੰਡੀ ਦੀ ਵਾਰ ਸੀਗੀ ਉਸ ਟਾਈਮ ਦੀ ਸਭ ਤੋਂ ਵੱਧ ਮਸ਼ਹੂਰ ਵਾਰ ਰਹੀ ਹੈ ਅੱਜ ਤੱਕ ਦੇ ਵਿੱਚ। ਤੇ ਨਾਲ ਹੀ ਕਹਿ ਸਕਦੇ ਹਾਂ ਕਿ ਪੰਜਾਬੀ ਦੇ ਵਿੱਚ ਜਿਹੜੀ ਵਾਰ ਸੀਗੀ, ਹੁਣ ਦੇਖੋ 12 ਤਾਂ ਇਹ ਵੀ ਨੇ ਇਸ ਤੋਂ ਪਹਿਲਾਂ ਜਿਹੜੀਆਂ ਲਿਖੀਆਂ ਗਈਆਂ ਨੇ। ਠੀਕ ਹੈ, ਆਹ ਜਿਹੜੀਆਂ 12 ਨੇਗੀਆਂ ਜਿਵੇਂ ਅਧਿਆਤਮਿਕ, ਇਹਨਾਂ ਦੇ ਵਿੱਚ ਕੀ ਸੀਗਾ ਜਿਹੜੀਆਂ ਗੁਰੂਆਂ ਨੇ ਲਿਖੀਆਂ। ਠੀਕ ਹੈ, ਆਸਾ ਦੀ ਵਾਰ ਜਾਂ ਇਹ ਸੀਗੀਆਂ ਗੁਰਮਤਿ ਦੇ ਵਿੱਚ। ਇਹਨਾਂ ਦੇ ਵਿੱਚ ਸ਼ਾਂਤੀ ਰਸ ਸੀਗਾ, ਸ਼ਾਂਤ ਸੁਭਾਅ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਇਹ ਪੜ੍ਹੀਆਂ ਸੀ। ਹੁਣ ਦੇਖੋ ਜਿਹੜੀ ਚੰਡੀ ਦੀ ਵਾਰ ਹੈ ਇਹਦੇ ਵਿੱਚ ਕੀ ਸੀਗਾ ਕਿ ਇੱਕ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਵੀਰਤਾ ਸੀਗੀ। ਠੀਕ ਹੈ, ਯੁੱਧਾਂ ਦੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ, ਲੜਾਈ ਵਾਂਗੂ। ਤਾਂ ਇਹਦੇ ਵਿੱਚ ਸੀਗਾ ਇੱਦਾਂ। ਠੀਕ ਹੈ, ਵੀਰਤਾ ਸੀਗੀ ਇਹਦੇ ਵਿੱਚ। ਤਾਂ ਇਹਦੇ ਵਿੱਚ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਉਸ ਟਾਈਮ ਦੀ ਪੰਜਾਬੀ ਦੀ ਪਹਿਲੀ ਇਹ ਅਜਿਹੀ ਵਾਰ ਸੀਗੀ ਜਿਹੜੀ ਉਸ ਟਾਈਮ ਹਾਈਲਾਈਟ ਰਹੀ ਹੈਗੀ ਅੱਜ ਤੱਕ। ਤੇ ਉਸ ਤੋਂ ਬਾਅਦ ਫਿਰ ਆਪਾਂ ਗੁਰੂ ਨਾਨਕ ਕਾਲ ਦੇ ਵਿੱਚ ਹੀ 39 ਜਾਂ 40 ਵਾਰਾਂ ਆਪਾਂ ਨੂੰ ਭਾਈ ਗੁਰਦਾਸ ਦੀਆਂ ਦੇਖਣ ਨੂੰ ਮਿਲਦੀਆਂ ਨੇ, ਭਾਈ ਗੁਰਦਾਸ ਜੀ ਦੀਆਂ 12 ਕਵਿਤ ਸਵਈਏ ਜਿਹੜੇ ਆਪਾਂ ਗੱਲਬਾਤ ਕਰਦੇ ਹਾਂ। ਤੇ ਬਾਕੀ ਕੁਝ ਹੋਰ ਨੇ, ਉਹ ਸਾਰਾ ਕੁਝ ਆਪਾਂ ਅੱਗੇ ਪੜ੍ਹਨ ਵਾਲੇ ਹਾਂ। ਤੇ ਅੱਗੇ ਜਿਹੜਾ ਉੱਤਰ ਨਾਨਕ ਕਾਲ ਹੋ ਗਿਆ, ਗੁਰੂ ਨਾਨਕ ਕਾਲ ਦਾ ਤਾਂ ਆਪਾਂ ਨੇ ਸਮਝ ਲਿਆ। ਬਾਕੀ ਅੱਗੇ ਆਪਾਂ ਹੋਰ ਵੀ ਤੁਹਾਡੇ ਲਈ ਇੱਥੇ ਜਿਹੜਾ ਡੀਪਲੀ ਇਹ ਲਿਖਿਆ ਹੋਏਗਾ ਕਿਹੜੀਆਂ ਵਾਰਾਂ ਨੇਗੀਆਂ, ਉਹ ਸਾਰਾ ਕੁਝ ਆਪਾਂ ਅੱਗੇ ਸਮਝਣ ਵਾਲੇ ਹਾਂ। ਫਿਲਹਾਲ ਇੱਥੇ ਤੁਹਾਨੂੰ ਇਹ ਸਮਝਾ ਰਿਹਾਂਗੇ ਕਿ ਕਿਹੜੇ ਕਾਲ ਦੇ ਵਿੱਚ ਕੀ ਕੁਝ ਹੋਇਆ। ਹੁਣ ਦੇਖੋ ਉੱਤਰ ਨਾਨਕ ਕਾਲ ਸੀ ਜਿਹੜਾ 1701 ਤੋਂ ਲੈ ਕੇ 1900 ਈਸਵੀ ਤੱਕ ਦਾ, ਉਹਦੇ ਵਿੱਚ ਕਿਹੜੀਆਂ ਵਾਰਾਂ ਸੀਗੀਆਂ? ਨਾਦਰ ਸ਼ਾਹ ਦੀ ਵਾਰ ਸੀਗੀ, ਜੰਗਨਾਮੇ ਫਿਰ ਇੱਥੋਂ ਸ਼ੁਰੂ ਹੁੰਦੇ ਨੇ। ਹੁਣ ਇੱਕ ਚੀਜ਼ ਤੁਸੀਂ ਇੱਥੇ ਹੋਰ ਦੇਖੋ ਕਿ ਜਿਹੜੇ ਜੰਗਨਾਮੇ ਨੇ, ਜੰਗਨਾਮੇ ਸ਼ੁਰੂ ਤਾਂ ਇੱਥੇ ਹੋ ਗਏ ਸੀ ਗੁਰੂ ਨਾਨਕ ਕਾਲ ਦੇ ਵਿੱਚ। ਠੀਕ ਹੈ, ਗੁਰੂ ਨਾਨਕ ਕਾਲ ਦੇ ਵਿੱਚ ਇੱਥੇ ਜੰਗਨਾਮੇ ਸ਼ੁਰੂ ਹੋ ਗਏ ਸੀ, ਪਰ ਉਹਨਾਂ ਦਾ ਕੋਈ ਥਹੁ ਪਤਾ ਨਹੀਂ ਸੀ। ਉਹ ਨਾ ਤਾਂ ਮਸ਼ਹੂਰ ਹੋਏ, ਦਬੇ ਹੋਏ ਰਹਿ ਗਏ ਇੱਕ ਤਰ੍ਹਾਂ। ਪਰ ਇੱਥੇ ਕੀ ਹੋਇਆ, ਜੰਗਨਾਮੇ ਇੱਥੇ ਲਿਖੇ ਗਏ ਉੱਤਰ ਨਾਨਕ ਕਾਲ ਦੇ ਵਿੱਚ। ਠੀਕ ਹੈ, ਜਦੋਂ ਵੀ ਇੱਥੇ ਜੰਗਨਾਮੇ ਲਿਖੇ ਗਏ ਤਾਂ ਉਹ ਇੱਕ ਤਰ੍ਹਾਂ ਲਹਿਰ ਦੀ ਤਰ੍ਹਾਂ ਫੈਲ ਕੇ ਉਹਨਾਂ ਦਾ ਇੱਕ ਟ੍ਰੈਂਡ ਸੈੱਟ ਹੋ ਗਿਆ। ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਕੁਝ ਗਾਣੇ ਪਹਿਲਾਂ ਹੋਏ ਨੇ। ਠੀਕ ਹੈ, ਦੋ ਗਾਣੇ ਰਹੇ ਨੇ। ਠੀਕ ਹੈ, ਫੀਮੇਲ ਸਿੰਗਰ ਅਤੇ ਮੇਲ ਸਿੰਗਰ ਮਿਲ ਕੇ ਗਾਉਂਦੇ ਸੀਗੇ। ਉਸ ਤੋਂ ਬਾਅਦ ਕੀ ਹੋਇਆ, ਕੁਛ ਗਾਣੇ ਇੱਦਾਂ ਫਿਰ ਟਰੈਂਡਿੰਗ ਜਿਹਾ ਬਣ ਗਏ, ਇੱਕ ਕਿ ਇਕੱਲਾ ਸਿੰਗਰ ਹੀ ਗਾਣਾ ਗਾ ਦਿੰਦਾ ਹੈਗਾ। ਉੱਦਾਂ ਹੀ ਇਹ ਸੀਗਾ ਕਿ 12 ਦਾ ਪਹਿਲਾਂ ਯੁੱਗ ਚੱਲਦਾ ਰਿਹਾ। ਉਸ ਤੋਂ ਬਾਅਦ ਇੱਥੇ 12 ਲਿਖੀਆਂ ਗਈਆਂ,
ਜੰਗਨਾਮੇ ਲਿਖੇ ਗਏ, ਪਰ ਉਹ ਇੰਨੇ ਚੱਲੇ ਨਹੀਂ। ਉਸ ਤੋਂ ਬਾਅਦ ਕੀ ਹੋਇਆ, ਉੱਤਰ ਨਾਨਕ ਕਾਲ ਜਦੋਂ ਵੀ ਸ਼ੁਰੂ ਹੋਇਆ ਉਹਦੇ ਵਿੱਚ ਜੰਗਨਾਮੇ ਲਿਖੇ ਗਏ, ਠੀਕ ਹੈ। ਤੇ ਜੰਗਨਾਮੇ ਫਿਰ ਉਸ ਤੋਂ ਬਾਅਦ ਜਦੋਂ ਮਸ਼ਹੂਰ ਹੋਣੇ ਸਟਾਰਟ ਹੋ ਗਏ ਤਾਂ ਉੱਦਾਂ ਉਹ ਟਾਈਮ ਪੀਰੀਅਡ ਦੇ ਨਾਲ ਫਿਰ ਜੰਗਨਾਮਿਆਂ ਦਾ ਦੌਰ ਇੱਥੋਂ ਸ਼ੁਰੂ ਹੋ ਗਿਆ, ਠੀਕ ਹੈ। ਬਾਕੀ ਆਪਾਂ ਆਧੁਨਿਕ ਕਾਲ ਦਾ ਜ਼ਿਕਰ ਆਪਾਂ ਅੱਗੇ ਪੜਾਂਗੇ, ਆਧੁਨਿਕ ਕਾਲ ਬਾਰੇ ਜਿਹੜਾ ਪੜਾਂਗੇ ਤਾਂ ਬਾਕੀ ਅੱਗੇ ਆਪਾਂ ਨੇ ਇਸ ਦੇ ਵਿੱਚ ਜ਼ਿਕਰ ਕੀਤਾ। ਤੇ ਇੱਕ ਚੀਜ਼ ਤੁਸੀਂ ਹੋਰ ਸਮਝ ਲਓ, ਬਾਕੀ ਆਪਾਂ ਅੱਗੇ ਸਾਰਾ ਕੁਝ ਅਜੇ ਪੜਨ ਵਾਲਾ ਪਿਆ ਹੈਗਾ। ਤੇ ਇੱਕ ਚੀਜ਼ ਤੁਹਾਨੂੰ ਬੈਚ ਦੀ ਇਨਫੋਰਮੇਸ਼ਨ ਥੋੜ੍ਹੀ ਬਹੁਤੀ ਆਪਾਂ ਇੱਥੇ ਦੇ ਦਿੰਦੇ ਹਾਂ। ਤਾਂ ਦੇਖੋ ਜੀ, ਜਿਹੜਾ ਆਪਾਂ ਨੇ ਇਹ ਬੈਚ ਸਟਾਰਟ ਕੀਤਾ ਹਰਿਆਣਾ TGT ਪੰਜਾਬੀ ਦੇ ਲਈ 104 ਪੋਸਟਾਂ ਜਿਹੜੀਆਂ ਆਈਆਂ ਨੇ, ਸਬਜੈਕਟ ਸਪੈਸ਼ਲ ਆਪਣਾ ਇਹ ਬੈਚ ਹੈਗਾ। ਤੇ ਬੈਚ ਦੀ ਇੰਟਰੋਡਕਸ਼ਨ ਤੁਹਾਨੂੰ ਵੀਡੀਓ ਦੇ ਵਿੱਚ, ਇੱਕ ਸਪੈਸ਼ਲ ਵੀਡੀਓ ਦੇ ਵਿੱਚ ਆਪਾਂ ਨੇ ਦੇ ਦਿੱਤੀ ਹੈ। ਤੇ ਥਿਊਰੀ ਹੋਏਗੀ, ਲੈਕਚਰ ਥਿਊਰੀ ਵਾਲੇ ਹੋਣਗੇ, MCQ ਪ੍ਰੈਕਟਿਸ, ਟੌਪਿਕ ਵਾਈਜ਼ ਟੈਸਟ ਹੋਣਗੇ, ਮੌਕ ਟੈਸਟ, ਸਟੱਡੀ ਮਟੀਰੀਅਲ ਜਿਹੜਾ ਵੀ ਆਪਾਂ ਪੜ੍ਹਦੇ ਹਾਂ PDF ਤੁਹਾਨੂੰ ਮਿਲੇਗੀ ਸਾਰਾ ਕੁਝ ਐਪ ਦੇ ਵਿੱਚ, ਠੀਕ ਹੈ। ਤੇ ਪੰਜਾਬੀ ਜਿਹੜਾ ਸਬਜੈਕਟ ਹੈਗਾ, ਸਬਜੈਕਟ ਵਾਲੀ ਵੇਟੇਜ ਉਹ ਸਾਰਾ ਆਪਾਂ ਸਿਲੇਬਸ ਕਵਰ ਕਰਨ ਵਾਲੇ ਹਾਂ। ਤੇ ਸਿਲੇਬਸ ਆਪਾਂ ਜ਼ਿੰਮੇਵਾਰੀ ਦੇ ਨਾਲ ਇਸ ਨੂੰ ਸਾਰਿਆਂ ਨੂੰ ਕਵਰ ਕਰਾਂਗੇ। ਤੇ ਇਹ ਕੰਟੈਕਟ ਨੰਬਰ ਤੁਹਾਨੂੰ ਦੇ ਦਿੱਤਾ ਹੈ, ਇਸ ਦੇ ਉੱਤੇ ਕੰਟੈਕਟ ਕਰਕੇ ਤੁਸੀਂ ਬੈਚ ਦੇ ਬਾਰੇ ਡਿਸਕਸ ਕਰ ਸਕਦੇ ਹੋ, ਕੁਝ ਵੀ ਪੁੱਛਣਾ ਚਾਹੋ ਤਾਂ ਪੁੱਛ ਸਕਦੇ ਹੋ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੈ ਬੈਚ ਦਾ। ਤੇ ਉਸ ਤੋਂ ਬਾਅਦ ਦੇਖੋ, ਆਦਿਕਾਲ ਦੀ ਆਪਾਂ ਨੇ ਗੱਲ ਕੀਤੀ ਸੀ। ਆਦਿਕਾਲ ਦੇ ਵਿੱਚ 6 ਲੋਕ 12 ਰਚੀਆਂ ਗਈਆਂ। ਲੋਕ 12 ਦਾ ਮਤਲਬ ਲੌਕਿਕ 12, ਯਾਨੀ ਕਿ ਜਿਹੜੀਆਂ ਲੋਕਾਂ ਦੇ ਦੁਆਰਾ ਗਾਈਆਂ ਜਾਂਦੀਆਂ ਨੇ, ਲੋਕ ਹੀ ਨਾਇਕ ਨੇ, ਖਲਨਾਇਕ ਸਭ ਕੁਛ। ਤੇ ਆਪਾਂ ਕਹਿ ਸਕਦੇ ਹਾਂ ਕਿ ਸਪੈਸ਼ਲਿਸਟ ਦਾ ਬੰਦਾ ਆਪਣੇ ਕੋਲ ਨਹੀਂ ਹੈਗਾ ਜਿਹਨੇ ਪਤਾ ਹੋਵੇ ਆਪਾਂ ਨੂੰ ਕਿ ਇਹਦੇ ਦੁਆਰਾ ਇਹ ਰਚੀਆਂ ਗਈਆਂ ਨੇ, ਠੀਕ ਹੈ। ਤੇ ਇਹ ਲੋਕਾਂ ਦੇ ਦੁਆਰਾ ਹੀ ਰਚੀਆਂ ਗਈਆਂ ਮੰਨ ਲਈਆਂ ਗਈਆਂ। ਤੇ ਉਸ ਤੋਂ ਬਾਅਦ ਮੱਧਕਾਲ ਸ਼ੁਰੂ ਹੋ ਜਾਂਦਾ ਹੈ। ਮੱਧਕਾਲ ਦੇ ਵਿੱਚ ਜਿਹੜਾ ਗੁਰੂ ਨਾਨਕ ਕਾਲ ਹੈ ਉਹਦੇ ਵਿੱਚ 3 12 ਰਚੀਆਂ ਗਈਆਂ ਨੇ, ਲੋਕ 12, 6 ਤਾਂ ਇਹ ਸੀਗੀਆਂ, ਠੀਕ ਹੈ। ਤੇ ਉਸ ਤੋਂ ਬਾਅਦ ਆਪਾਂ ਨੂੰ 3 12 ਹੋਰ ਮਿਲੀਆਂ, ਅੱਗੇ ਆ ਗਿਆ ਟਾਈਮ ਦੇ ਵਿੱਚ। ਤੇ 9 ਕੁੱਲ 12 ਨੇਗੀਆਂ ਜਿਹੜੀਆਂ ਉਸ ਟਾਈਮ ਦੀਆਂ 9 12 ਨੇਗੀਆਂ ਜਿਹੜੀਆਂ ਮਸ਼ਹੂਰ ਰਹੀਆਂ ਨੇਗੀਆਂ। ਤੇ ਇਹਨਾਂ ਦੇ ਨਾਮ ਵੀ ਆਪਾਂ ਤੁਹਾਨੂੰ ਅੱਗੇ ਦੱਸਦੇ ਹਾਂ ਕਿ ਕਿਹੜੀਆਂ ਕਿਹੜੀਆਂ 9 12 ਸੀ। ਤੇ ਬਾਕੀ 22 ਅਧਿਆਤਮਿਕ 12 ਜਿਹੜੀਆਂ ਗੁਰੂਆਂ ਦੇ ਦੁਆਰਾ ਰਚੀਆਂ ਗਈਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਦਰਜ ਨੇ। ਉਸ ਤੋਂ ਬਾਅਦ ਫਿਰ ਚੰਡੀ ਦੀ ਵਾਰ ਦੀ ਰਚਨਾ ਹੋਈ ਪੰਜਾਬੀ ਦੀ, ਮਤਲਬ ਕਿ ਕਹਿ ਸਕਦੇ ਹਾਂ ਕਿ ਇਹ ਹਰਮਨ ਪਿਆਰੀ ਜਿਹੜੀ ਵਾਰ ਰਹੀ ਹੈਗੀ। ਤਾਂ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਿਹੜੀ ਚੰਡੀ ਦੀ ਵਾਰ ਹੈ ਉਸ ਕਾਲ ਦੀ ਸਭ ਤੋਂ ਜ਼ਿਆਦਾ ਜਿਹੜੀ ਪ੍ਰਸਿੱਧ ਵਾਰ ਰਹੀ ਹੈਗੀ, ਜਿਹੜੀ ਉੱਤਮ ਵੀਰ ਰਸ ਵਾਲੀ ਵਾਰ ਮੰਨੀ ਜਾਂਦੀ ਹੈ। ਤੇ ਆਪਾਂ ਇੱਦਾਂ ਵੀ ਕਹਿ ਸਕਦੇ ਹਾਂ ਪੰਜਾਬੀ ਦੀ ਜਿਹੜੀ ਪਹਿਲੀ ਵੀਰ ਰਸ ਵਾਲੀ ਵਾਰ ਸੀਗੀ ਉਹ ਚੰਡੀ ਦੀ ਵਾਰ ਰਹੀ ਹੈਗੀ। ਤਾਂ ਇਹ ਚੀਜ਼ ਤੁਸੀਂ ਇਸ ਨੂੰ ਜ਼ਰੂਰ ਪੜ੍ਹ ਕੇ ਜਾਇਓ, ਪੇਪਰ ਦੇ ਵਿੱਚ ਕੁਐਸਚਨ ਇਹ ਬਣ ਸਕਦਾ ਹੈ। ਉਸ ਤੋਂ ਬਾਅਦ 39 ਜਾਂ 40 ਵਾਰਾਂ ਜਿਹੜੀਆਂ ਭਾਈ ਗੁਰਦਾਸ ਜੀ ਦੁਆਰਾ ਲਿਖੀਆਂ ਗਈਆਂ ਨੇ। ਬਾਕੀ ਇਹ ਸਾਰਾ ਕੁਛ ਤਾਂ ਦੇਖੋ, ਇਹ ਸਾਰਾ ਕੁਛ ਹੈਗਾ ਜਿਹੜਾ ਆਪਾਂ ਚੰਡੀ ਦੀ ਵਾਰ ਤਾਂ ਆਪਾਂ ਨੇ ਸਮਝ ਲਿਆ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਬਾਕੀ ਦੀਆਂ ਜਿਹੜੀਆਂ ਇਹ 12 ਸੀਗੀਆਂ ਇਹ ਸਾਰੀਆਂ ਅਧਿਆਤਮਿਕ 12 ਆਪਾਂ ਅੱਗੇ ਗੁਰਮਤਿ ਕਾਵਿ ਦੇ ਵਿੱਚ ਪੜ੍ਹਾਂਗੇ। ਤੇ ਆਹ ਜਿਹੜੀਆਂ 3 12 ਨੇ ਲੋਕ 12 ਤੇ ਆਹ 6 12 ਇਹਨਾਂ ਦੇ ਨਾਮ ਆਪਾਂ ਅੱਗੇ ਪੜ੍ਹ ਲੈਂਦੇ ਹਾਂ। ਤੇ ਬਾਕੀ ਜਿਹੜੀਆਂ ਅਧਿਆਤਮਿਕ 12 ਨੇ ਉਹ ਗੁਰਮਤਿ ਦੇ ਵਿੱਚ ਆ ਜਾਂਦੇ ਨੇ, ਗੁਰੂਆਂ ਦੇ ਦੁਆਰਾ ਰਚੀਆਂ ਗਈਆਂ ਨੇ। ਗੁਰਮਤਿ ਜਿਹੜਾ ਵੀ ਆਪਣੇ ਸਿਲੇਬਸ ਦੇ ਵਿੱਚ ਪਾਰਟ ਆਏਗਾ ਉੱਥੇ ਜਾ ਕੇ ਆਪਾਂ ਇਸ ਨੂੰ ਪੜ੍ਹਾਂਗੇ। ਹੁਣ ਦੇਖੋ, ਜਿਹੜੀਆਂ 22 ਅਧਿਆਤਮਿਕ 12 ਨੇ ਤੁਹਾਨੂੰ ਆਪਾਂ ਨੇ ਜ਼ਿਕਰ ਕੀਤਾ, ਇਹ ਗੁਰੂਆਂ ਦੇ ਦੁਆਰਾ ਰਚੀਆਂ ਗਈਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਦਰਜ ਨੇਗੇ ਸਾਰੀਆਂ 12। ਤੇ ਆਪਾਂ ਇੱਕ ਵਾਰ ਇਹ ਵੀ ਜਾਣ ਲੈਂਦੇ ਹਾਂ ਕਿ ਕਿੰਨੀਆਂ ਵਾਰਾਂ ਕਿਸ ਗੁਰੂ ਸਾਹਿਬਾਨ ਦੇ ਦੁਆਰਾ ਲਿਖੀਆਂ ਗਈਆਂ। ਇਹ ਚੀਜ਼ ਤੁਹਾਡੇ ਲਈ ਇੰਪੋਰਟੈਂਟ ਰਹਿਣ ਵਾਲੀ ਹੈ, ਪੇਪਰ ਦੇ ਵਿੱਚ ਸਿੱਧਾ ਇੱਥੋਂ ਕੁਐਸਚਨ ਬਣ ਸਕਦਾ ਹੈ। ਹੁਣ ਦੇਖੋ ਕੁਐਸਚਨ ਕੀ ਹੈਗਾ, ਦੇਖੋ ਇਹਦੇ ਵਿੱਚ ਗੱਲ ਕੀ ਹੈ। 3 ਵਾਰਾਂ ਗੁਰੂ ਨਾਨਕ ਦੇਵ ਜੀ ਦੀਆਂ ਨੇ, 4 ਵਾਰਾਂ ਸ਼੍ਰੀ ਗੁਰੂ ਅਮਰਦਾਸ ਜੀ ਦੀਆਂ ਨੇ, 8 ਵਾਰਾਂ ਨੇਗੀਆਂ ਜਿਹੜੀਆਂ ਗੁਰੂ ਰਾਮਦਾਸ ਜੀ ਦੀਆਂ ਨੇ, ਤੇ 6 ਵਾਰਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਨੇ, ਤੇ 1 ਵਾਰ ਸੱਤਾ ਤੇ ਬਲਵੰਡ ਦੀ ਹੈ। ਹੁਣ ਦੇਖੋ, ਗੁਰੂ ਨਾਨਕ ਦੇਵ ਜੀ ਦੀਆਂ 12 ਜਿਹੜੀਆਂ ਆਪਾਂ ਤੁਹਾਨੂੰ ਦੱਸੀ ਦਿੱਤੀਆਂ, ਆਸਾ ਦੀ ਵਾਰ, ਮਾਝ ਦੀ ਵਾਰ, ਮਲਾਰ ਦੀ ਵਾਰ, ਇਹ 3 12। ਬਾਕੀ ਸਾਰੇ ਗੁਰੂਆਂ ਦੀਆਂ 12 ਆਪਾਂ ਇੱਦਾਂ ਹੀ ਪੜ੍ਹਾਂਗੇ, ਪਰ ਪੜ੍ਹਾਂਗੇ ਗੁਰਮਤਿ ਦੇ ਵਿੱਚ, ਕਿਉਂਕਿ ਇਹ ਸਾਰਾ ਕੁਝ ਗੁਰਮਤਿ ਦੇ ਵਿੱਚ ਆਉਂਦਾ। ਇੱਦਾਂ ਲੈਕਚਰ ਆਪਣਾ ਬਹੁਤ ਲੰਬਾ ਚਲਾ ਜਾਏਗਾ, ਪਰ ਆਪਾਂ ਇੱਥੇ ਵੀਰ ਕਾਵਿ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਕਿਉਂਕਿ ਇਹ 12 ਤਾਂ ਹਨ, ਕਿਉਂਕਿ 12 ਤੇ ਵੀਰ ਦਾ ਆਪਸ ਦੇ ਵਿੱਚ ਰਿਲੇਸ਼ਨ ਹੈਗਾ, ਪਰ ਆਪਾਂ ਪੜ੍ਹਾਂਗੇ ਇਹਨਾਂ ਨੂੰ ਗੁਰਮਤਿ ਦੇ ਵਿੱਚ, ਕਿਉਂਕਿ ਇਹਨਾਂ ਦੇ ਵਿੱਚ ਵੀਰ ਰਸ ਨਹੀਂ, ਇਹ ਸ਼ਾਂਤ ਰਸ ਇਹਨਾਂ ਦੇ ਵਿੱਚ ਪ੍ਰਧਾਨ ਸੀਗਾ। ਤੇ ਇਹ ਕਹਿ ਸਕਦੇ ਹਾਂ, ਪਰ 12 ਦੇ ਵਿੱਚ ਆਪਾਂ ਗਿਣਤੀ ਕਰਦੇ ਹਾਂ ਇਹਨਾਂ ਦੀ, ਪਰ ਇਹ ਪੜ੍ਹਾਂਗੇ ਗੁਰਮਤਿ ਦੇ ਵਿੱਚ। ਹੁਣ ਦੇਖੋ, ਪੇਪਰ ਦੇ ਵਿੱਚ ਸਿੱਧਾ ਵੀ ਕੁਐਸਚਨ ਤੁਹਾਨੂੰ ਇੱਥੋਂ ਬਣ ਸਕਦਾ ਹੈਗਾ ਕਿ ਗੁਰੂ ਨਾਨਕ ਦੇਵ ਜੀ ਦੀਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੀਆਂ 12 ਦਰਜ ਨੇ, ਤਾਂ ਉਹ 3 12 ਦਰਜ ਨੇ। ਤਾਂ ਸਭ ਤੋਂ ਵੱਧ 12 ਕਿਸ ਗੁਰੂ ਸਾਹਿਬਾਨ ਦੀਆਂ ਦਰਜ ਨੇ, ਗੁਰੂ ਰਾਮਦਾਸ ਜੀ ਦੀਆਂ 8 12 ਨੇ, ਠੀਕ ਹੈ। ਇੱਦਾਂ ਕੁਐਸਚਨ ਤੁਹਾਨੂੰ ਬਣ ਸਕਦਾ ਹੈ। ਇਹ ਚੀਜ਼ ਤੁਸੀਂ ਆਪਣੀ ਨੋਟਬੁੱਕ ਦੇ ਵਿੱਚ ਜ਼ਰੂਰ ਲਿਖ ਲਓ ਇਸ ਨੂੰ। ਤੇ ਨਾਲ ਹੀ PDF ਜੋ ਤੁਹਾਨੂੰ ਮਿਲੇਗੀ ਉਸ ਦੇ ਵਿੱਚੋਂ ਬਾਅਦ ਦੇ ਵਿੱਚ ਵੀ ਤੁਸੀਂ ਨੋਟਸ ਇਸ 'ਤੇ ਬਣਾ ਸਕਦੇ ਹੋ। ਤੇ ਹੁਣ ਦੇਖੋ, ਇੱਕ ਗੱਲ ਤੁਹਾਡੇ ਲਈ ਹੋਰ ਹੈਗੀ ਕਿ ਜਿਹੜੀਆਂ ਆਪਾਂ 12 ਦੀ ਗੱਲ ਕੀਤੀ ਹੈ, ਠੀਕ ਹੈ, ਜਿੱਦਾਂ ਪੇਪਰ ਦੇ ਵਿੱਚ ਕੁਐਸਚਨ ਬਣ ਸਕਦਾ ਤੁਹਾਨੂੰ ਕਿ ਕਿਹੜੀ ਵਾਰ ਕਿਸ ਗੁਰੂ ਸਾਹਿਬਾਨ ਦੁਆਰਾ ਲਿਖੀ ਗਈ ਹੈ। ਇਹ ਸਾਰਾ ਕੁਝ ਤੁਸੀਂ ਜ਼ਰੂਰ ਡੀਪਲੀ ਪੜ੍ਹਨਾ ਹੋਏਗਾ। ਤੇ ਬੈਚ ਦੇ ਵਿੱਚ ਤੁਹਾਨੂੰ ਆਪਾਂ ਸਭ ਕੁਝ ਸਿਲੇਬਸ ਜ਼ਿੰਮੇਵਾਰੀ ਦੇ ਨਾਲ ਕਰਵਾਵਾਂਗੇ। ਤੇ ਇਹ 12 ਸੀਗੀਆਂ ਜਿਹੜੀਆਂ 22 ਅਧਿਆਤਮਿਕ 12 ਦੀ ਆਪਾਂ ਇੱਥੇ ਗੱਲ ਕਰ ਚੁੱਕੇ ਹਾਂ। ਤੇ ਬਾਕੀ ਜਿਹੜੀਆਂ
ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ। ਇਹ ਸਾਰਾ ਕੁਝ ਆਪਣਾ ਗੁਰਮਤਿ ਕਾਵਿ ਦੇ ਵਿੱਚ ਆਉਂਦਾ ਹੈਗਾ ਤੇ ਗੁਰਮਤਿ ਦੇ ਵਿੱਚ ਹੀ ਆਪਾਂ ਪੜਾਂਗੇ। ਹੁਣ ਦੇਖੋ ਅੱਗੇ ਆਪਾਂ ਗੱਲ ਕਰੀਏ ਕਿ ਉੱਤਰ ਨਾਨਕ ਕਾਲ ਸੀਗਾ ਜਿਹੜਾ, ਵੈਸੇ ਤਾਂ ਦੇਖੋ ਇਹ ਜਿਹੜਾ ਆਪਾਂ ਉੱਪਰ ਗੁਰੂ ਨਾਨਕ ਕਾਲ ਪੜ੍ਹਿਆ, ਇੱਥੇ ਜੰਗਨਾਮਿਆਂ ਦਾ ਦੌਰ ਸੀਗਾ ਜਿਹੜਾ ਸਟਾਰਟ ਹੋ ਚੁੱਕਾ ਸੀ, ਪਰ ਇੰਨੇ ਜ਼ਿਆਦਾ ਪ੍ਰਸਿੱਧ ਨਹੀਂ ਹੋਏ ਉਹ। ਹੁਣ ਉਸ ਤੋਂ ਬਾਅਦ ਉੱਤਰ ਨਾਨਕ ਕਾਲ ਆ ਜਾਂਦਾ। ਉੱਤਰ ਨਾਨਕ ਕਾਲ ਦੇ ਵਿੱਚ ਜੰਗਨਾਮੇ ਵੀ ਲਿਖੇ ਜਾਂਦੇ ਆ ਤੇ 12 ਵੀ ਲਿਖੀਆਂ ਜਾਂਦੀਆਂ ਨੇ, ਠੀਕ ਹੈ। 12 ਕਿਹੜੀਆਂ, ਜੰਗਨਾਮੇ ਕਿਹੜੇ, ਉਹ ਸਾਰਾ ਕੁਝ ਸਮਝਣ ਵਾਲੇ ਆ। ਜੰਗਨਾਮੇ ਇੱਥੋਂ ਮਸ਼ਹੂਰ ਹੋਣ ਲੱਗ ਜਾਂਦੇ ਨੇ। ਤਾਂ ਇੱਥੇ ਚਲੋ ਇੱਕ ਚੀਜ਼ ਤੁਸੀਂ ਸਮਝ ਹੀ ਲਓ ਕਿ ਜਿਹੜਾ ਉੱਤਰ ਨਾਨਕ ਕਾਲ ਸੀ ਇਹਦੇ ਵਿੱਚ ਨਾਦਰ ਸ਼ਾਹ ਦੀ ਵਾਰ ਲਿਖੀ ਜਾਂਦੀ ਹੈ। ਵਾਰ ਸਮਝੋ ਪਹਿਲਾਂ ਤਾਂ, ਇਹਦੇ ਵਿੱਚ ਨਾਦਰ ਸ਼ਾਹ ਦੀ ਵਾਰ ਲਿਖੀ ਜਾਂਦੀ ਹੈ, ਠੀਕ ਹੈ। ਨਾਦਰ ਸ਼ਾਹ ਦੀ ਵਾਰ ਹੈਗੀ ਜਿਹੜੀ ਨਜਾਬਤ ਦੇ ਦੁਆਰਾ ਲਿਖੀ ਜਾਂਦੀ ਹੈ ਤੇ ਇਹ ਕਹਿ ਸਕਦੇ ਹਾਂ ਚੰਡੀ ਦੀ ਵਾਰ ਤੋਂ ਬਾਅਦ ਇਸ ਨੂੰ ਦੂਜਾ ਸਥਾਨ ਪ੍ਰਾਪਤ ਹੈਗਾ, ਜਿਹੜੀ ਇੱਥੇ ਆਪਾਂ ਕਹਿ ਸਕਦੇ ਹਾਂ ਨਜਾਬਤ ਨੇ ਲਿਖੀ ਸੀਗੀ ਜਿਹੜੀ ਨਾਦਰ ਸ਼ਾਹ ਦੀ ਵਾਰ। ਪਹਿਲੀ ਵਾਰ ਚੰਡੀ ਦੀ ਵਾਰ ਮੰਨਦੇ ਹਾਂ ਪੰਜਾਬੀ ਦੀ ਆਪਾਂ ਪ੍ਰਸਿੱਧ, ਠੀਕ ਹੈ, ਉਸ ਕਾਲ ਦੀ। ਉਸ ਤੋਂ ਬਾਅਦ ਮੰਨਦੇ ਹਾਂ ਆਪਾਂ ਨਾਦਰ ਸ਼ਾਹ ਦੀ ਵਾਰ ਹੈਗੀ ਜਿਹੜੀ ਨਜਾਬਤ ਦੇ ਦੁਆਰਾ ਲਿਖੀ ਗਈ, ਠੀਕ ਹੈ। ਉਸ ਨੂੰ ਸੈਕਿੰਡ ਜਿਹੜਾ ਰੈਂਕ ਹੈਗਾ ਜਿਹੜਾ ਆਪਾਂ ਕਹਿ ਸਕਦੇ ਹਾਂ ਪ੍ਰਾਪਤ ਹੈ। ਤੇ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਇਹ ਵੀ ਕਹਿ ਸਕਦੇ ਹਾਂ ਵਾਰ ਦੀ ਤਾਂ ਆਪਾਂ ਨੇ ਗੱਲ ਕਰ ਲਈ, ਉਸ ਤੋਂ ਬਾਅਦ ਫਿਰ ਜੰਗਨਾਮੇ ਦੀ ਵੀ ਆਪਾਂ ਗੱਲ ਕਰ ਹੀ ਲੈਂਦੇ ਹਾਂ। ਇਸ ਕਾਲ ਦੇ ਵਿੱਚ ਦੇਖੋ ਜੰਗਨਾਮਿਆਂ ਦਾ ਦੌਰ ਆਪਾਂ ਸ਼ੁਰੂ ਹੋਇਆ ਮੰਨ ਲੈਂਦੇ ਹਾਂ। ਇਸ ਤੋਂ ਪਹਿਲਾਂ ਵੀ ਜੰਗਨਾਮੇ ਲਿਖੇ ਗਏ ਨੇ, ਪਰ ਇੱਥੇ ਜੰਗਨਾਮਾ ਹੈਗਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇਸ ਕਾਲ ਦੇ ਵਿੱਚ ਪ੍ਰਸਿੱਧੀ ਮਿਲੀ ਹੈਗੀ ਜੰਗਨਾਮਿਆਂ ਨੂੰ, ਠੀਕ ਹੈ। ਤੇ ਇੱਥੋਂ ਕਹਿ ਸਕਦੇ ਹਾਂ ਕਿ ਮੁਕਬਲ ਨੇ ਜੰਗਨਾਮਾ ਲਿਖਿਆ, ਠੀਕ ਹੈ। ਇਸ ਦੌਰ ਦੇ ਵਿੱਚ ਮੁਕਬਲ ਨੇ ਲਿਖਿਆ ਸੀਗਾ ਜੰਗਨਾਮਾ। ਉੱਥੋਂ ਮਤਲਬ ਕਿ ਪਿਰਤ ਪੈ ਗਈ ਇੱਕ ਜੰਗਨਾਮੇ ਲਿਖਣ ਦੀ। ਜਿੱਦਾਂ ਕੋਈ ਵੀ ਸਿੰਗਰ ਗਾਣਾ ਲਿਖਦਾ, ਜਦੋਂ ਉਹ ਟੌਪਿਕ ਦੇ ਉੱਤੇ ਗਾਣਾ ਚੱਲ ਜੇ ਤਾਂ ਬਾਕੀ ਸਿੰਗਰ ਵੀ ਉਸ ਟੌਪਿਕ ਨੂੰ ਮਤਲਬ ਕਿ ਕੈਰੀ ਕਰਕੇ ਉੱਥੋਂ ਉਸ ਦੇ ਉੱਤੇ ਗਾਣਾ ਲਿਖਣ ਲੱਗ ਜਾਂਦੇ ਨੇ। ਇੱਦਾਂ ਹੀ ਹੋਇਆ, ਮੁਕਬਲ ਨੇ ਜਦੋਂ ਜੰਗਨਾਮਾ ਇਸ ਦੌਰ ਦੇ ਵਿੱਚ ਲਿਖਿਆ ਤਾਂ ਉੱਥੋਂ ਜੰਗਨਾਮਿਆਂ ਦਾ ਦੌਰ ਸ਼ੁਰੂ ਹੋ ਗਿਆ ਤੇ ਬਾਕੀ ਜਿਹੜੇ ਰਾਈਟਰ ਸੀਗੇ ਉਹਨਾਂ ਨੇ ਵੀ ਜੰਗਨਾਮੇ ਲਿਖਣੇ ਸ਼ੁਰੂ ਕਰ ਦਿੱਤੇ ਸੀਗੇ। ਤੇ ਇੱਥੇ ਆਪਾਂ ਕਹਿ ਸਕਦੇ ਹਾਂ ਕਿ 17ਵੀਂ ਸਦੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸਟਾਰਟ ਹੋ ਗਏ ਸੀ ਜੰਗਨਾਮੇ ਲਿਖਣੇ। 18ਵੀਂ ਸਦੀ ਦੇ ਵਿੱਚ ਮਸ਼ਹੂਰ ਹੋਏ ਨੇ ਤੇ ਮੁਕਬਲ ਦਾ ਸੀਗਾ ਜਿਹੜਾ ਮਸ਼ਹੂਰ ਹੋਇਆ ਸੀਗਾ ਪਹਿਲੀ ਵਾਰ, ਤੇ ਸਭ ਤੋਂ ਜ਼ਿਆਦਾ ਜੰਗਨਾਮਾ ਸੀਗਾ ਜਿਹੜਾ ਮਸ਼ਹੂਰ ਹੋਇਆ ਸੀ ਉਸ ਟਾਈਮ। ਤੇ ਉਸ ਤੋਂ ਬਾਅਦ ਜਿਹੜਾ ਅੱਜ ਦੇ ਟਾਈਮ ਦੇ ਉੱਤੇ ਜੰਗਨਾਮਾ ਜਿਹੜਾ ਪ੍ਰਸਿੱਧ ਆਪਾਂ ਹੁਣ ਤੱਕ ਸੁਣਦੇ ਆ ਰਹੇ ਹਾਂ, ਜੰਗਨਾਮਾ ਸਿੰਘਾਂ ਦੇ ਫਿਰੰਗੀਆਂ ਦਾ, ਠੀਕ ਹੈ, ਆਪਾਂ ਸੁਣਦੇ ਆ ਰਹੇ ਹਾਂ, ਜਿਹੜਾ ਜ਼ਿਆਦਾ ਮਸ਼ਹੂਰ ਹੈਗਾ। ਤੇ ਆਧੁਨਿਕ ਕਾਲ ਹੈਗਾ ਜਿਹੜਾ 1901 ਤੋਂ ਲੈ ਕੇ ਹੁਣ ਤੱਕ ਚੱਲਦਾ ਪਿਆ। ਤੇ ਆਪਾਂ ਅੱਗੇ ਜਿਹੜੀ ਗੱਲ ਕਰਦੇ ਹਾਂ ਹੁਣ ਵਾਰਾਂ ਦੇ ਉੱਤੇ ਆਉਂਦੇ ਹਾਂ। ਹੁਣ ਦੇਖੋ 6 ਵਾਰਾਂ ਤੁਹਾਨੂੰ ਆਪਾਂ ਨੇ ਆਦਿ ਕਾਲ ਦੇ ਵਿੱਚ ਦੱਸੀਆਂ ਤੇ ਉਸ ਤੋਂ ਬਾਅਦ 3 ਵਾਰਾਂ ਸੀਗੀਆਂ ਜਿਹੜੀਆਂ ਆਪਾਂ ਨਾਨਕ ਕਾਲ ਦੇ ਵਿੱਚ ਦੱਸੀਆਂ, ਠੀਕ ਹੈ। ਹੁਣ ਦੇਖੋ ਆਪਾਂ ਇਹਨਾਂ ਦਾ ਜ਼ਿਕਰ ਵੀ ਕਰਦੇ ਹਾਂ ਕਿਹੜੀ ਵਾਰ ਸੀਗੀ। ਹੁਣ ਦੇਖੋ ਇੱਥੇ ਤੁਹਾਨੂੰ ਆਪਾਂ ਨੇ ਇੱਕ ਚੀਜ਼ ਇੱਥੇ ਇਹ ਦੱਸੀ ਸੀਗੀ ਕਿ ਦੇਖੋ ਰੈੱਡ ਕਲਰ ਆਦਿ ਕਾਲ ਹੈਗਾ ਤੇ ਉਸ ਤੋਂ ਬਾਅਦ ਮੱਧ ਕਾਲ ਆ ਜਾਂਦਾ ਇਸ ਕਲਰ ਦੇ ਵਿੱਚ, ਤੇ ਆਹ ਜਿਹੜਾ ਸੁਨਹਿਰੀ ਕਲਰ ਸੀਗਾ ਇਹ ਗੁਰੂ ਨਾਨਕ ਕਾਲ ਦਾ ਸੀਗਾ। ਇਸੇ ਤਰ੍ਹਾਂ ਆਪਾਂ ਨੇ ਇੱਥੇ ਵੀ ਕੰਬੀਨੇਸ਼ਨ ਕਲਰ ਦਾ ਬਣਾਇਆ ਹੋਇਆ, ਤਾਂ ਇਹ ਚੀਜ਼ ਵੀ ਤੁਸੀਂ ਇੱਥੇ ਜ਼ਰੂਰ ਦੇਖੋ। ਆਦਿ ਕਾਲ ਰੈੱਡ ਕਲਰ ਹੈ, ਤਾਂ ਆਦਿ ਕਾਲ ਦੇ ਵਿੱਚ ਕਿਹੜੀਆਂ ਵਾਰਾਂ ਲਿਖੀਆਂ ਗਈਆਂ ਨੇ? ਆਹ ਦੇਖੋ 6 ਵਾਰਾਂ ਸੀਗੀਆਂ ਜਿਹੜੀਆਂ ਆਦਿ ਕਾਲ ਦੇ ਵਿੱਚ ਇਹ ਲਿਖੀਆਂ ਗਈਆਂ ਨੇ। ਤਾਂ ਇਹਨਾਂ ਵਾਰਾਂ ਦੇ ਆਪਾਂ ਨਾਮ ਇੱਕ ਵਾਰ ਜ਼ਿਕਰ ਕਰ ਲੈਂਦੇ ਹਾਂ, ਕਾਪੀ ਦੇ ਵਿੱਚ ਤੁਸੀਂ ਨੋਟ ਕਰ ਲਓ ਇਹਨਾਂ ਨੂੰ। ਰਾਏ ਕਮਾਲ ਮੌਜ ਦੀ ਵਾਰ ਹੈਗੀ ਜਿਹੜੀ, ਠੀਕ ਹੈ, ਇਹ ਲਿਖੀ ਗਈ। ਟੁੰਡੇ ਅਸਰਾਜੇ ਦੀ ਵਾਰ ਲਿਖੀ ਗਈ। ਸਿਕੰਦਰ ਇਬਰਾਹਿਮ ਦੀ ਵਾਰ ਲਿਖੀ ਗਈ। ਲੱਲਾ ਬਹਿਰੀਮਾ ਦੀ ਵਾਰ ਲਿਖੀ ਗਈ। ਹਸਨੇ ਮਹਿਮੇ ਦੀ ਵਾਰ ਲਿਖੀ ਗਈ। ਮੂਸੇ ਦੀ ਵਾਰ ਲਿਖੀ ਗਈ। ਇਹ ਸਾਰੀਆਂ 6 ਦੀਆਂ 6 ਵਾਰਾਂ ਸੀਗੀਆਂ ਜਿਹੜੀਆਂ ਇਸ ਦੇ ਵਿੱਚ ਲਿਖੀਆਂ ਗਈਆਂ ਨੇ। ਤੇ ਇੱਕ ਚੀਜ਼ ਤੁਸੀਂ ਇੱਥੇ ਹੋਰ ਨੋਟ ਕਰ ਲਓ, ਇਹ 12 ਸੀਗੀਆਂ ਜਿਹੜੀਆਂ, ਠੀਕ ਹੈ, ਇਹ 9 ਵਾਰਾਂ ਸੀਗੀਆਂ ਜਿਹੜੀਆਂ ਲਿਖੀਆਂ ਗਈਆਂ ਸੀਗੀਆਂ। ਤੇ ਨਾਲ ਹੀ ਜਿਹੜੀਆਂ ਆਪਾਂ 22 ਅਧਿਆਤਮਿਕ ਵਾਰਾਂ ਦੀ ਗੱਲ ਕੀਤੀ ਹੈ ਉੱਪਰ, ਇੱਥੇ ਆਹ 22 ਅਧਿਆਤਮਿਕ ਵਾਰਾਂ ਨੇਗੀਆਂ ਜਿਹੜੀਆਂ, ਇਹਨਾਂ ਵਾਰਾਂ ਨੂੰ ਵੀ ਉਹਨਾਂ 9 ਵਾਰਾਂ ਦੀ ਧੁਨਾਂ ਉੱਤੇ ਗਾਉਣ ਦੀ ਆਪਾਂ ਕਹਿ ਸਕਦੇ ਹਾਂ ਕਿ ਹਦਾਇਤ ਹੈ, ਯਾਨੀ ਕਿ ਆਪਾਂ ਇਹਨਾਂ ਦੇ ਉੱਤੇ ਇਸ ਨੂੰ ਗਾ ਸਕਦੇ ਹਾਂ। ਜਿੱਦਾਂ ਕਿ ਆਪਾਂ ਨੇ ਗੱਲ ਕੀਤੀ ਸੀਗੀ ਕਿ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਪਹਿਲੀ ਵਾਰ ਸੀਗੀ ਆਸਾ ਦੀ ਵਾਰ, ਉਸ ਨੂੰ ਆਪਾਂ ਟੁੰਡੇ ਅਸਰਾਜੇ ਦੀ ਵਾਰ ਦੀ ਧੁਨ ਦੇ ਉੱਤੇ ਗਾ ਸਕਦੇ ਹਾਂ। ਹੁਣ ਦੇਖੋ ਟੁੰਡੇ ਅਸਰਾਜੇ ਦੀ ਵਾਰ ਕਿਹੜੀ ਹੈਗੀ? ਟੁੰਡੇ ਅਸਰਾਜੇ ਦੀ ਵਾਰ ਆਪਣੇ ਕੋਲ ਪਈ ਹੈਗੀ ਇੱਥੇ, ਆਹ ਪਈ ਹੈ ਟੁੰਡੇ ਅਸਰਾਜੇ ਦੀ ਵਾਰ। ਇਸ ਦੀ ਜਿਹੜੀ ਧੁਨ ਹੈਗੀ ਟੁੰਡੇ ਅਸਰਾਜੇ ਦੀ ਵਾਰ ਦੀ, ਇਸੇ ਧੁਨ ਦੇ ਉੱਤੇ ਆਪਾਂ ਆਸਾ ਦੀ ਵਾਰ ਨੂੰ ਵੀ ਗਾ ਸਕਦੇ ਹਾਂ। ਇੱਦਾਂ ਆਪਾਂ ਕਹਿ ਸਕਦੇ ਹਾਂ ਕਿਉਂਕਿ ਹੁਣ ਦੇਖੋ ਉਸ ਟਾਈਮ ਇਹ ਵਾਰ ਪ੍ਰਸਿੱਧ ਰਹੀ ਹੈ ਤੇ ਉਸੇ ਦੀ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਸਾਰਾ ਕੁਝ ਇੱਦਾਂ ਹੀ ਚੱਲਦਾ ਪਿਆ ਸੀ। ਹੁਣ ਦੇਖੋ ਜਿੱਦਾਂ ਮਾਣਕ ਦੀਆਂ ਕਲੀਆਂ ਦੀ ਗੱਲ ਕਰਦੇ ਹਾਂ ਆਪਾਂ, ਉਹ ਸਾਰੀਆਂ ਦੀ ਜਿਹੜੀ ਕੰਪੋਜੀਸ਼ਨ ਹੈ ਉੱਦਾਂ ਹੀ ਤੁਹਾਨੂੰ ਦੇਖਣ ਨੂੰ ਮਿਲੇਗੀ। ਜਿਵੇਂ ਸਿੱਧੂ ਦੇ ਗਾਣੇ ਆ, ਉਹਨਾਂ ਦੀ ਕੰਪੋਜੀਸ਼ਨ ਤੁਹਾਨੂੰ ਜ਼ਿਆਦਾਤਰ ਇੱਕੋ ਜਿਹੀ ਦੇਖਣ ਨੂੰ ਮਿਲੇਗੀ, ਇੱਕ ਪਹਿਚਾਣ ਬਣ ਜਾਂਦੀ ਹੈ ਇਸ ਤਰ੍ਹਾਂ, ਠੀਕ ਹੈ। ਇੱਦਾਂ ਹੀ ਇੱਥੇ ਆਦਿ ਕਾਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇੱਥੇ 6 ਵਾਰਾਂ ਦੇਖਣ ਨੂੰ ਮਿਲਦੀਆਂ ਨੇ। ਇੱਥੇ ਰਾਏ ਕਮਾਲ ਮੌਜ ਦੀ ਵਾਰ, ਤੇ ਉਸ ਤੋਂ ਬਾਅਦ ਟੁੰਡੇ ਅਸਰਾਜੇ ਦੀ ਵਾਰ, ਸਿਕੰਦਰ ਇਬਰਾਹਿਮ ਦੀ ਵਾਰ, ਲੱਲਾ ਬਹਿਲੀਮਾ ਦੀ ਵਾਰ, ਹਸਨੇ ਮਹਿਮੇ ਦੀ ਵਾਰ, ਮੂਸੇ ਦੀ ਵਾਰ। ਇਹ ਸਾਰੀਆਂ ਵਾਰਾਂ ਨੇਗੀਆਂ ਜਿਹੜੀਆਂ 6 ਦੀਆਂ 6 ਨੇ। ਤੇ ਉਸ ਤੋਂ ਬਾਅਦ
12 ਉਸੇ ਤਰ੍ਹਾਂ ਲਿਖਦੇ ਰਹੇ, ਠੀਕ ਹੈ। ਇੱਥੇ 3 ਵਾਰਾਂ ਪਰ ਅਗਲੇ ਯੁੱਗ ਦੇ ਵਿੱਚ ਐਂਟਰ ਹੋ ਗਿਆ। ਤਾਂ ਦੇਖੋ ਆਹ ਸੁਨਹਿਰੀ ਯੁੱਗ ਆਪਾਂ ਨੇ ਨਾਨਕ ਕਾਲ ਕਿਹਾ ਸੀ। ਹੁਣ ਆਪਾਂ ਨਾਨਕ ਕਾਲ ਦੇ ਵਿੱਚ ਦੇਖ ਲੈਂਦੇ ਹਾਂ ਕੀ ਕੁਛ ਇਸ ਦੇ ਵਿੱਚ ਲਿਖਿਆ ਗਿਆ। ਮਲਕ ਮੁਰੀਦ ਤਥਾ ਚੰਦਰੜਾ ਸੋਈਆ ਦੀ ਵਾਰ, ਇੱਥੇ ਇੱਕ ਵਾਰ ਇਹ ਲਿਖੀ ਗਈ। ਜੋਧੇ ਵੀਰ ਪੁਰਵਾਣੀ ਦੀ ਵਾਰ ਲਿਖੀ ਗਈ ਅਤੇ ਰਾਣਾ ਕੈਲਾਸ਼ ਤਥਾ ਮਾਲਦੇਵ ਦੀ ਵਾਰ। ਇਹ 3 ਵਾਰਾਂ ਸੀਗੀਆਂ ਜਿਹੜੀਆਂ ਨਾਨਕ ਕਾਲ ਦੇ ਵਿੱਚ ਲਿਖੀਆਂ ਗਈਆਂ। ਅਤੇ ਨਾਨਕ ਕਾਲ ਦੇ ਵਿੱਚ ਹੋਰ ਕੀ ਕੁਛ ਲਿਖਿਆ ਗਿਆ, ਇੱਥੇ ਚੰਡੀ ਦੀ ਵਾਰ ਲਿਖੀ ਗਈ ਅਤੇ ਅਧਿਆਤਮਿਕ ਵਾਰਾਂ ਲਿਖੀਆਂ ਗਈਆਂ। ਅਧਿਆਤਮਿਕ ਵਾਰਾਂ ਦੀ ਆਪਾਂ ਗੱਲਬਾਤ ਉੱਪਰ ਕਰ ਚੁੱਕੇ ਹਾਂ, 22 ਵਾਰਾਂ ਅਤੇ 39 ਜਾਂ 40 ਵਾਰਾਂ ਤੁਹਾਨੂੰ ਦੱਸ ਚੁੱਕੇ ਹਾਂ, ਠੀਕ ਹੈ। ਉਹ ਬਾਕੀ ਆਪਾਂ ਗੁਰਮਤਿ ਦੇ ਵਿੱਚ ਪੜ੍ਹਾਂਗੇ ਇਹ ਸਾਰਾ ਕੁਛ, ਠੀਕ ਹੈ। ਅਧਿਆਤਮਿਕ ਵਾਰਾਂ ਦਾ ਤੁਸੀਂ ਇੱਥੇ ਚਾਹੇ ਛੱਡ ਦਿਓ ਇਸ ਨੂੰ। ਅਤੇ ਬਾਕੀ ਦੇਖੋ ਚੰਡੀ ਦੀ ਵਾਰ ਹੈਗੀ ਜਿਹੜੀ, ਚੰਡੀ ਦੀ ਵਾਰ ਆਪਾਂ ਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਲਿਖੀ ਗਈ। ਪਰ ਕਾਲ ਕਿਹੜਾ ਸੀ ਇਸਦਾ, ਇੱਥੇ ਆਪਾਂ ਸੁਨਹਿਰੀ ਕਾਲ ਜਿਹਨੂੰ ਕਹਿੰਦੇ ਸੀ, ਗੁਰੂ ਨਾਨਕ ਕਾਲ ਦੇ ਵਿੱਚ ਇਹ ਲਿਖੀ ਗਈ। ਅਤੇ ਨਾਲ ਹੀ ਇੱਥੇ ਤੁਸੀਂ ਇੱਧਰ ਵੀ ਲਾਈਨ ਮਾਰ ਕੇ ਦੇਖ ਲਓ, ਠੀਕ ਹੈ। ਇਹ ਜੰਗਨਾਮੇ ਉੱਪਰਲੇ ਕਾਲ ਦੇ ਵਿੱਚ, ਗੁਰੂ ਨਾਨਕ ਕਾਲ ਦੇ ਵਿੱਚ 3 ਜੰਗਨਾਮੇ ਲਿਖੇ ਗਏ। ਪਹਿਲਾ ਜੰਗਨਾਮਾ ਸੀ ਇਮਾਮ ਹੁਸੈਨ ਦਾ, ਪੀਰ ਮੁਹੰਮਦ ਕਾਸਬੀ ਦੇ ਦੁਆਰਾ ਲਿਖਿਆ ਗਿਆ। ਉਸ ਤੋਂ ਬਾਅਦ ਜੰਗਨਾਮਾ ਹਾਫਿਜ਼ ਬਰਖੁਰਦਾਰ ਨੇ ਵੀ ਲਿਖਿਆ। ਇਹ ਦੇਖੋ ਆਪਾਂ ਨੇ ਇਸੇ ਤਰ੍ਹਾਂ ਦੇਖੋ ਇੱਥੋਂ ਜੇਕਰ ਕਾਲ ਦੀ ਤੁਸੀਂ ਇੱਥੋਂ ਲਾਈਨ ਦੇਖੋ ਤਾਂ ਉੱਪਰਲੇ 3 ਜੰਗਨਾਮੇ, 2 ਜੰਗਨਾਮੇ ਇੱਥੇ ਆ ਜਾਂਦੇ ਨੇ। ਅਤੇ ਇੱਦਾਂ ਹੀ ਜਿਹੜੀਆਂ ਆਪਾਂ ਨੇ ਦੇਖੋ ਉੱਪਰ 12, 6 ਅਤੇ 3, 9 ਉੱਪਰ ਲੋਕ ਵਾਰਾਂ ਦੀ ਜਿਹੜੀ ਗੱਲ ਕੀਤੀ ਹੈ, ਇਹ 9 ਦੀਆਂ 9 ਆਪਾਂ ਨੇ ਇੱਥੇ ਸਮਝ ਲਈਆਂ। ਤੁਸੀਂ ਇੱਥੇ ਦੇਖੋ, ਠੀਕ ਹੈ। 6 ਵਾਰਾਂ ਉੱਪਰ ਰਹਿ ਜਾਂਦੀਆਂ ਨੇ ਅਤੇ ਬਾਕੀ ਦੀਆਂ ਜਿਹੜੀਆਂ 3 ਵਾਰਾਂ ਨੇ ਉਹ ਹੇਠਲੇ ਕਾਲ ਦੇ ਵਿੱਚ ਆ ਜਾਂਦੀਆਂ ਨੇਗੀਆਂ, ਠੀਕ ਹੈ। ਇਹ ਚੀਜ਼ ਤੁਸੀਂ ਸਮਝੀ ਹੋਏਗੀ। ਬਾਕੀ ਉਸ ਤੋਂ ਬਾਅਦ ਉੱਤਰ ਨਾਨਕ ਕਾਲ ਆ ਜਾਂਦਾ ਹੈ, ਠੀਕ ਹੈ। ਕਾਲ ਚੇਂਜ ਹੁੰਦਾ ਹੈ ਅਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀਆਂ ਇਹ 12 ਸੀਗੀਆਂ ਜਿਹੜੀਆਂ ਇੱਥੇ ਆਪਾਂ ਨੂੰ ਇਹ ਦੇਖਣ ਨੂੰ ਮਿਲ ਜਾਂਦੀਆਂ ਨੇਗੀਆਂ ਅੱਗੇ, ਠੀਕ ਹੈ। ਹੁਣ ਦੇਖੋ ਇਹਦੇ ਵਿੱਚ ਜੰਗਨਾਮੇ ਵੀ ਇੱਥੇ ਲਿਖੇ ਗਏ ਆ, ਇਹ ਵੀ ਤੁਸੀਂ ਇੱਥੇ ਦੇਖ ਲਓ, ਠੀਕ ਹੈ। ਕਿਉਂਕਿ ਇੱਥੋਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਲਾਈਨ ਵੱਜ ਗਈ। ਇਹ ਸਾਰਾ ਸੀਗਾ ਜਿਹੜਾ ਇੱਥੇ ਇਹ ਚੀਜ਼ ਸੀਗੀ ਜਿਹੜੀ ਆਪਾਂ ਇਸ ਦੇ ਵਿੱਚ ਮੰਨਦੇ ਹਾਂ ਉੱਤਰ ਨਾਨਕ ਕਾਲ ਦੇ ਵਿੱਚ। ਤਾਂ ਦੇਖੋ ਆਪਾਂ ਸਮਝਦੇ ਹਾਂ ਇੱਕ ਇੱਕ ਕਰਕੇ ਸਾਰਾ ਕੁਛ। ਇੱਥੇ ਦੇਖੋ ਵਾਰ ਭੈੜੇ ਕੀ ਹੈ ਜਿਹੜੀ ਪਾਤਸ਼ਾਹੀ 10ਵੀਂ, ਇਹ ਆਪਾਂ ਕਹਿ ਸਕਦੇ ਹਾਂ ਅਨਨੋਨ ਦੇ ਦੁਆਰਾ ਲਿਖੀ ਗਈ, ਕੋਈ ਇਸ ਦਾ ਆਪਣੇ ਕੋਲ ਜ਼ਿਕਰ ਨਹੀਂ ਹੈ, ਠੀਕ ਹੈ। ਇਹ ਵਾਰ ਲਿਖੀ ਗਈ ਉੱਤਰ ਨਾਨਕ ਕਾਲ ਦੇ ਵਿੱਚ। ਉਸ ਤੋਂ ਬਾਅਦ ਲਵ ਕੁਸ਼ ਦੀ ਵਾਰ 2 ਵਾਰ ਲਿਖੀ ਗਈ। ਪਹਿਲੀ ਵਾਰ ਲਿਖੀ ਦੇਵੀ ਦਾਸ ਨੇ ਅਤੇ ਇੱਕ ਵਾਰ ਫਿਰ ਇਹ ਲਵ ਕੁਸ਼ ਦੀ ਵਾਰ ਦੇਖਣ ਨੂੰ ਮਿਲੀ ਯਸ਼ੋਦਾ ਨੰਦਨ ਦੁਆਰਾ। ਅਤੇ ਉਸ ਤੋਂ ਬਾਅਦ ਕਾਹਨ ਭਗਵਾਨ ਦੀ ਵਾਰ ਤੇਜ਼ਭਾਨ ਦੁਆਰਾ ਲਿਖੀ ਗਈ। ਵਾਰ ਪਾਤਸ਼ਾਹੀ 10ਵੀਂ ਕਵੀ ਗੁਰਦਾਸ ਦੁਆਰਾ ਲਿਖੀ ਗਈ। ਹੁਣ ਦੇਖੋ ਇੱਕ ਚੀਜ਼ ਹੋਰ ਤੁਹਾਨੂੰ ਅੱਗੇ ਜਦੋਂ ਗੁਰਮਤਿ ਕਾਵਿ ਪੜ੍ਹਾਂਗੇ ਦੇਖਣ ਨੂੰ ਮਿਲੇਗੀ ਕਿ ਭਾਈ ਗੁਰਦਾਸ ਵੀ 2 ਤੁਹਾਨੂੰ ਦੇਖਣ ਨੂੰ ਮਿਲਣਗੇ ਗੁਰਮਤਿ ਕਾਵਿ ਦੇ ਵਿੱਚ। ਇੱਕ ਨੇ 39 ਵਾਰਾਂ ਲਿਖੀਆਂ ਅਤੇ ਇੱਕ ਆਪਾਂ 1 ਜਾਂ 2 ਵਾਰਾਂ ਦਾ ਜੋ ਵੀ ਉੱਥੇ ਚੀਜ਼ ਤੁਹਾਨੂੰ ਦੇਖਣ ਨੂੰ ਮਿਲੇਗੀ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਿਲੇਸ਼ਨ ਸੀਗਾ ਇਹਨਾਂ ਦਾ, ਠੀਕ ਹੈ। ਅੱਗੇ ਸਾਰਾ ਕੁਛ ਆਪਾਂ ਗੁਰਮਤਿ ਦੇ ਵਿੱਚ ਪੜ੍ਹਾਂਗੇ। ਹੁਣ ਨਾਦਰ ਸ਼ਾਹ ਦੀ ਵਾਰ ਹੈ ਜਿਹੜੀ ਨਜ਼ਾਬਤ ਦੁਆਰਾ ਲਿਖੀ ਜਾਂਦੀ ਹੈ। ਚੱਠਿਆਂ ਦੀ ਵਾਰ ਪੀਰ ਮੁਹੰਮਦ ਦੁਆਰਾ ਲਿਖੀ ਜਾਂਦੀ ਹੈ। ਚੌਧਰੀਆਂ ਦੀ ਵਾਰ ਹੈ ਹਕੀਕਤ ਰਾਏ ਦੀ ਵਾਰ ਆ ਜਾਂਦੀ ਆ। ਉਸ ਤੋਂ ਬਾਅਦ ਸੋਢੀਆਂ ਦੀ ਵਾਰ ਭਾਈ ਰਾਮ ਸਿੰਘ ਦੁਆਰਾ ਅਤੇ ਹਰੀ ਸਿੰਘ ਨਲੂਏ ਦੀ ਵਾਰ ਜਿਹੜੀ ਕਾਦਰ ਯਾਰ ਦੁਆਰਾ। ਇਹ ਸਾਰੀਆਂ ਵਾਰਾਂ ਸੀਗੀਆਂ ਜਿਹੜੀਆਂ ਉੱਤਰ ਨਾਨਕ ਕਾਲ ਦੇ ਵਿੱਚ ਲਿਖੀਆਂ ਗਈਆਂ। ਇੱਥੇ ਜ਼ਿਆਦਾ ਨਹੀਂ ਲਿਖਿਆ ਜਾ ਸਕਦਾ ਸੀ, ਇਸ ਕਰਕੇ ਆਪਾਂ ਕਲਰ ਦੇ ਵਿੱਚ ਇਸ ਨੂੰ ਲਿਖ ਦਿੱਤਾ। ਅਤੇ ਇਸੇ ਤਰ੍ਹਾਂ ਆਪਾਂ ਜਦੋਂ ਗੱਲ ਕਰੀਏ ਜੰਗਨਾਮਿਆਂ ਦੀ, ਠੀਕ ਹੈ। ਜੰਗਨਾਮੇ ਦੇਖੋ ਇੱਥੋਂ ਜੰਗਨਾਮਿਆਂ ਦਾ ਜ਼ਿਕਰ ਇੱਥੋਂ ਸ਼ੁਰੂ ਹੋ ਜਾਂਦਾ ਹੈ ਨਾਨਕ ਕਾਲ ਦੇ ਵਿੱਚ। ਇੱਥੇ ਦੇਖੋ 2 ਜੰਗਨਾਮੇ ਪਹਿਲਾਂ ਲਿਖੇ ਗਏ, ਹੋਰ ਵੀ, ਠੀਕ ਹੈ, ਜੰਗਨਾਮੇ ਲਿਖੇ ਗਏ, ਪਰ ਉਹਨਾਂ ਦੀ ਮਸ਼ਹੂਰੀ ਨਹੀਂ ਹੋ ਸਕੀ, ਉਹਨਾਂ ਦਾ ਕੋਈ ਲਿਖਤੀ ਵੇਰਵਾ ਹੀ ਨਹੀਂ ਮਿਲਦਾ। ਹੁਣ ਜਿਹੜੇ ਆਹ ਜੰਗਨਾਮੇ ਸੀਗੇ ਇੱਥੋਂ ਮਸ਼ਹੂਰ ਹੋਣੇ ਸਟਾਰਟ ਹੋ ਗਏ, ਠੀਕ ਹੈ। ਪਿਰਤ ਪੈ ਗਈ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ। ਹੁਣ ਦੇਖੋ ਜੰਗਨਾਮੇ ਪਹਿਲਾਂ ਵੀ ਲਿਖੇ ਗਏ, ਪਰ ਜਿਵੇਂ ਤੁਹਾਨੂੰ ਦੱਸਿਆ ਆਪਾਂ ਨੇ ਕਿ ਮੁਕਬਲ ਦੇ ਦੁਆਰਾ ਜਿਹੜਾ ਜੰਗਨਾਮਾ ਲਿਖਿਆ ਗਿਆ, ਠੀਕ ਹੈ। ਜੰਗਨਾਮਾ ਇਮਾਮ ਹੁਸੈਨ ਦਾ ਮੁਕਬਲ ਨੇ ਜਿਹੜਾ ਲਿਖਿਆ ਉੱਥੋਂ ਪ੍ਰਸਿੱਧ ਹੋ ਗਏ, ਇੱਕ ਪਿਰਤ ਪੈ ਗਈ। ਜਦੋਂ ਮੁਕਬਲ ਦਾ ਜੰਗਨਾਮਾ ਚੱਲ ਗਿਆ ਬਾਕੀ ਬੰਦਿਆਂ ਨੇ ਸੋਚਿਆ ਕਿ ਆਪਾਂ ਵੀ ਜੰਗਨਾਮੇ ਲਿਖਦੇ ਹਾਂ, ਇਸੇ ਤਰ੍ਹਾਂ ਫਿਰ ਜੰਗਨਾਮੇ ਲਿਖਦੇ ਗਏ ਅਤੇ ਉਹ ਚੱਲਦੇ ਵੀ ਗਏ। ਅਤੇ ਜੰਗਨਾਮਾ ਉਸ ਤੋਂ ਬਾਅਦ ਹਾਮਦ ਨੇ ਲਿਖਿਆ, ਜੰਗਨਾਮਾ ਮੌਲਵੀ ਰੁਕਨਦੀਨ ਨੇ ਲਿਖਿਆ, ਫਿਰ ਉਸ ਤੋਂ ਬਾਅਦ ਜੰਗਨਾਮਾ ਹਰੀ ਸਿੰਘ ਨਲੂਏ ਦਾ ਲਿਖਿਆ ਰਾਮਦਿਆਲ ਨੇ। ਅਤੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਟਰੈਂਡਿੰਗ ਹਿੱਟ ਜਿਹਨੇ ਕੀਤਾ, ਸਭ ਕੁਛ ਸਾਰੇ ਰਿਕਾਰਡ ਹੀ ਤੋੜਤੇ, ਇੱਕ ਜੰਗਨਾਮਾ ਸੀ ਜਿਹੜਾ ਉਹ ਸੀਗਾ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਸ਼ਾਹ ਮੁਹੰਮਦ ਦੁਆਰਾ ਲਿਖਿਆ ਗਿਆ। ਉਸ ਤੋਂ ਬਾਅਦ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਮਟਕਰਾਏ ਦੁਆਰਾ ਲਿਖਿਆ ਗਿਆ। ਇਹ ਸਾਰੇ ਸੀਗੇ ਜੰਗਨਾਮੇ ਜਿਹੜੇ ਨਾਨਕ ਕਾਲ ਤੋਂ ਬਾਅਦ ਦੇ ਨੇ, ਉੱਤਰ ਨਾਨਕ ਕਾਲ ਦੇ ਵਿੱਚ ਆਪਾਂ ਕਾਊਂਟ ਕਰਦੇ ਹਾਂ, ਠੀਕ ਹੈ। ਇਹ ਸਾਰੇ ਆਪਾਂ ਕਾਲ ਸਮਝੇ। ਉਸ ਤੋਂ ਬਾਅਦ ਫਿਰ ਆਪਾਂ ਜੇਕਰ ਗੱਲ ਕਰੀਏ ਅੱਗੇ ਆਪਾਂ ਗੱਲ ਕਰੀਏ ਆਦਿ ਕਾਲ ਦੀ, ਆਧੁਨਿਕ ਕਾਲ ਦੀ, ਜਿਹੜਾ ਆਪਣਾ ਅੱਜ ਦਾ ਕਾਲ ਹੈਗਾ, ਠੀਕ ਹੈ, 1900 ਤੋਂ ਬਾਅਦ ਵਾਲਾ। ਇਹਦੇ ਵਿੱਚ ਮਨੁੱਖ ਦੀ ਵਾਰ ਲਿਖੀ ਕਿ ਹਰਿੰਦਰ ਸਿੰਘ ਰੂਪ ਦੀ 12 ਦਾ ਇੱਥੇ ਦੌਰ ਲਗਭਗ ਇੱਥੇ ਲੁਪਤ ਜਿਹਾ ਹੋ ਗਿਆ ਸੀਗਾ ਇਸ ਕਾਲ ਦੇ ਵਿੱਚ ਆ ਕੇ। ਰਾਣੀ ਸਾਹਿਬ ਕੌਰ ਦੀ ਵਾਰ ਪ੍ਰੋਫੈਸਰ ਮੋਹਨ ਸਿੰਘ ਨੇ ਲਿਖੀ। ਹੋਰ ਵੀ ਜਿਹੜੇ ਵਾਰਕਾਰ ਹੋਏ ਨੇਗੇ ਜਿਨ੍ਹਾਂ ਨੇ 12 ਲਿਖੀਆਂ, ਵਿਧਾਤਾ ਸਿੰਘ ਤੀਰ, ਗੁਰਦੇਵ ਸਿੰਘ ਮਾਨ। ਅਤੇ ਉਸ ਤੋਂ ਬਾਅਦ ਫਿਰ ਆਪਾਂ ਹੁਣ ਜਿਹੜਾ
2 ਸਾਲ ਪਹਿਲਾਂ ਸਾਲ ਕੁ ਪਹਿਲਾਂ ਹਰੀ ਸਿੰਘ ਨਲੂਏ ਦੀ ਵਾਰ ਸਿੱਧੂ ਮੂਸੇ ਵਾਲੇ ਦੁਆਰਾ ਜਿਹੜੀ ਗਾਈ ਗਈ ਆ, ਉਹ ਵੀ ਇੱਕ ਵਾਰ ਦਾ ਰੂਪ ਸੀਗਾ। ਤੇ ਸਤਿੰਦਰ ਸਰਤਾਜ ਦੁਆਰਾ ਬਲੈਕ ਪ੍ਰਿੰਸ ਦੇ ਵਿੱਚ ਵਾਰ, ਇਹ ਆਪਾਂ ਕਹਿ ਸਕਦੇ ਹਾਂ ਕਿ ਵਾਰਾਂ ਦੇ ਵਿੱਚ ਕਾਊਂਟ ਕਰ ਸਕਦੇ ਹਾਂ, ਕਿਉਂਕਿ ਵਾਰ ਹੀ ਸੀਗੀ ਇਹ, ਠੀਕ ਹੈ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਵਾਰ ਹੁੰਦੀ ਕੀ ਹੈ, ਇੱਕ ਰਿਲੇਟ ਕਰ ਸਕੋ, ਤਾਂ ਕਰਕੇ ਆਪਾਂ ਨੇ ਇਹ ਵੀ ਜ਼ਿਕਰ ਤੁਹਾਡੇ ਲਈ ਕਰ ਦਿੱਤਾ ਹੈਗਾ। ਤੇ ਬਾਕੀ ਦੇਖੋ ਆਪਾਂ ਨੇ ਇਸ ਦੇ ਵਿੱਚ ਜਿਹੜਾ ਕੁਝ ਕੀਤਾ ਹੈ, ਬਾਕੀ ਅੱਗੇ ਆਪਾਂ ਇੱਕ ਇੱਕ ਕਰਕੇ ਵੀਰ ਕਾਵਿ ਜਿਹੜਾ ਆਪਣਾ ਹੋਏਗਾ, ਅੱਗੇ ਸਾਰਾ ਕੁਝ ਆਪਾਂ ਨੇ ਅਜੇ ਕਰਨਾ ਹੈਗਾ। ਵੈਸੇ ਇਹ ਇੱਕ ਬੇਸਿਕ ਕਲਾਸ ਸੀਗੀ ਅੱਜ ਆਪਣੀ ਵੀਰ ਕਾਵਿ ਦੀ। ਹੁਣ ਦੇਖੋ ਸਭ ਤੋਂ ਪਹਿਲੀ ਵਾਰ ਜੇਕਰ ਜੰਗਨਾਮਾ ਪੁੱਛਿਆ ਜਾਵੇ ਤੁਹਾਨੂੰ ਕਿਹੜਾ ਜੰਗਨਾਮਾ ਸਭ ਤੋਂ ਪਹਿਲੀ ਵਾਰ ਲਿਖਿਆ ਗਿਆ, ਤਾਂ ਇਹ ਸੀਗਾ ਜੰਗਨਾਮਾ ਇਮਾਮ ਹੁਸੈਨ ਵਾਲਾ। ਪਹਿਲੀ ਵਾਰ ਇਹ ਲਿਖਿਆ ਗਿਆ, ਪਰ ਚੱਲੇ ਨਹੀਂ ਸੀਗੇ ਇਹ। ਤੇ ਉਸ ਤੋਂ ਬਾਅਦ ਜਿਹੜਾ ਲਿਖਿਆ ਗਿਆ ਜੰਗਨਾਮਾ, ਜਿਹੜਾ ਪਹਿਲੀ ਵਾਰ ਲਿਖਿਆ ਗਿਆ, ਜਿਹੜਾ ਕਿ ਪ੍ਰਸਿੱਧ ਹੋਇਆ, ਇਹ ਮੁਕਬਲ ਦੁਆਰਾ ਲਿਖਿਆ ਗਿਆ ਸੀਗਾ। ਇਹ ਚੀਜ਼ਾਂ ਤੁਸੀਂ ਇੱਦਾਂ ਇਸ ਨੂੰ ਜ਼ਰੂਰ ਯਾਦ ਕਰਕੇ ਜਾਇਓ। ਬਾਕੀ ਤੁਹਾਨੂੰ ਆਪਾਂ ਨੇ ਟੇਬਲ ਬਣਾ ਕੇ ਸਾਰਾ ਕੁਝ ਸਮਝਾਈ ਦਿੱਤਾ ਹੈਗਾ। ਬੈਚ ਦੀ ਇਨਫੋਰਮੇਸ਼ਨ ਤੁਹਾਨੂੰ ਦੇ ਦਿੱਤੀ ਹੈ। TGT ਪੰਜਾਬੀ ਦਾ ਬੈਚ ਆਪਾਂ ਨੇ ਸਟਾਰਟ ਕਰ ਦਿੱਤਾ ਹੈ। ਅੱਜ ਇਹ ਆਪਣੀ ਪਹਿਲੀ ਕਲਾਸ ਸੀਗੀ ਇਸ ਬੈਚ ਦੀ। ਤੇ ਦੇਖੋ ਤੁਸੀਂ ਬੈਚ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਪੰਜਾਬੀ ਸਬਜੈਕਟ ਦਾ ਸਪੈਸ਼ਲ ਬੈਚ ਹੋਏਗਾ। ਪੰਜਾਬੀ ਦੀ ਜਿਹੜੀ ਵੇਟੇਜ ਰਹਿਣ ਵਾਲੀ ਹੈ, 104 ਪੋਸਟਾਂ ਹਰਿਆਣੇ ਦੇ ਵਿੱਚ ਆਊਟ ਹੋਈਆਂ ਨੇ, ਉਹਨਾਂ ਦਾ ਇਹ ਬੈਚ ਹੈਗਾ। ਤਾਂ ਹੁਣ ਦੇਖੋ ਥਿਊਰੀ ਲੈਕਚਰ ਤੁਹਾਨੂੰ ਇਸ ਦੇ ਵਿੱਚ ਦੇਖਣ ਨੂੰ ਮਿਲਣੇ ਆ, ਠੀਕ ਹੈ। ਤੇ ਉਸ ਤੋਂ ਬਾਅਦ ਦੇਖਣ ਨੂੰ ਮਿਲੇਗਾ MCQ ਦੇਖਣ ਨੂੰ ਮਿਲਣਗੇ, ਪ੍ਰੈਕਟਿਸ ਸੀਰੀਜ਼ ਹੋਏਗੀ, ਟੌਪਿਕ ਵਾਈਜ਼ ਟੈਸਟ ਹੋਣਗੇ, ਮੌਕ ਟੈਸਟ ਹੋਣਗੇ, ਸਟੱਡੀ ਮਟੀਰੀਅਲ ਜਿਹੜਾ ਵੀ ਆਪਾਂ ਇਸ ਦੇ ਵਿੱਚ ਇੱਥੇ PDF ਦੇ ਦੁਆਰਾ ਪੜ੍ਹ ਰਹੇ ਹਾਂ, ਇਹ ਸਾਰੀਆਂ PDF ਤੁਹਾਨੂੰ ਆਪਣੇ ਉਸ ਦੇ ਉੱਤੇ ਬੈਚ ਦੇ ਵਿੱਚ ਦੇਖਣ ਨੂੰ ਮਿਲਣਗੀਆਂ। ਹੁਣ ਦੇਖੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਨੇ ਕੀਤਾ ਵੀਰ ਕਾਵਿ ਦਾ ਜਿਹੜਾ ਇਤਿਹਾਸ ਹੈਗਾ, ਠੀਕ ਹੈ। ਤੇ ਇਸ ਦੇ ਵਿੱਚ ਆਪਾਂ 12 ਪੜ੍ਹਨੇ ਆ, ਜੰਗਨਾਮੇ ਪੜ੍ਹਨੇ ਆ, ਇਹ ਸਾਰਾ ਕੁਝ ਇਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਤੇ ਅੱਗੇ ਕਾਲਵੰਡ, ਇਹ ਜਿਹੜੀ ਆਪਾਂ ਨੇ ਅੱਜ ਕਾਲਵੰਡ ਕੀਤੀ ਹੈ, ਆਦਿ ਕਾਲ, ਠੀਕ ਹੈ, ਮੱਧ ਕਾਲ ਤੇ ਆਧੁਨਿਕ ਕਾਲ, ਇਹ ਤੁਹਾਨੂੰ ਸਾਰੇ ਜਦੋਂ ਵੀ ਆਪਾਂ ਕੁਝ ਵੀ ਪੜ੍ਹਦੇ ਹਾਂ ਪੰਜਾਬੀ ਲਿਟਰੇਚਰ ਦੇ ਵਿੱਚ, ਇਹ ਉੱਥੇ ਤੁਹਾਨੂੰ ਹਰ ਇੱਕ ਟੌਪਿਕ ਦੇ ਵਿੱਚ ਤੁਹਾਨੂੰ ਕੰਮ ਦੇਣ ਵਾਲੇ ਨੇ। ਤਾਂ ਤੁਹਾਨੂੰ ਇਹ ਨੋਟ ਕਰ ਲੈਣੇ ਚਾਹੀਦੇ ਨੇ। ਅੱਜ ਤੁਸੀਂ ਜੋ ਵੀ ਨੋਟਸ ਬਣਾਏ ਆ, ਉਹਨਾਂ ਨੂੰ ਸੁਬਹ ਉੱਠ ਕੇ ਜ਼ਰੂਰ ਉਹਨਾਂ ਨੂੰ ਰਿਵਾਈਜ਼ ਕਰਨਾ ਹੈ। ਤੇ ਇਦਾਂ ਹੀ ਤੁਸੀਂ ਨੇ ਬਣਾਈ ਰੱਖਣਾ ਆਪਣਾ ਰੂਟੀਨ। ਤੁਹਾਨੂੰ ਸਾਰਾ ਬੈਚ ਕੰਪਲੀਟ, ਸਿਲੇਬਸ ਦੀ ਆਪਣੀ ਜ਼ਿੰਮੇਵਾਰੀ ਹੋਏਗੀ, ਸਾਰਾ ਸਿਲੇਬਸ ਆਪਾਂ ਕਵਰ ਕਰਾਂਗੇ। ਪੇਪਰ ਦੇ ਨਾਲ ਰਿਲੇਟਡ ਇੰਪੋਰਟੈਂਟ ਜੋ ਵੀ ਕੁਐਸਚਨ ਹੋਣਗੇ ਸਭ ਕੁਝ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇਦਾਂ ਹੀ ਤੁਸੀਂ ਆਪਣੇ ਬੈਚ ਦੇ ਨਾਲ ਜ਼ਰੂਰ ਜੁੜੋ, ਆਪਣੇ ਸਾਰੇ ਦੋਸਤਾਂ ਤੱਕ ਜ਼ਰੂਰ ਸੁਨੇਹਾ ਪਹੁੰਚਾਓ ਕਿ ਇਹ ਬੈਚ ਸਟਾਰਟ ਹੋ ਚੁੱਕਾ ਹੈ। ਦੇਰ ਕਰਨ ਦੀ ਜ਼ਰੂਰਤ ਨਹੀਂ ਹੈ, ਤੁਹਾਡੇ ਲਈ ਬਹੁਤ ਵੱਡਾ ਮੌਕਾ ਹੈ, ਬਹੁਤ ਵਧੀਆ ਵੈਕੈਂਸੀਜ਼ ਤੁਹਾਡੇ ਸਾਹਮਣੇ ਬਹੁਤ ਟਾਈਮ ਦੇ ਬਾਅਦ ਨਿਕਲ ਕੇ ਆਈ ਹੈ। ਤਾਂ ਇਹ ਮੌਕਾ ਤੁਸੀਂ ਗਵਾਉਣਾ ਨਹੀਂ ਹੈ। ਬਸ ਇਹ ਬੈਚ ਦੇ ਲਈ ਤੁਸੀਂ ਜ਼ਰੂਰ ਸਾਡੇ ਨਾਲ ਕੰਟੈਕਟ ਕਰਨਾ ਹੈਗਾ। ਹੁਣ ਤੱਕ ਇਹੋ ਆਪਣੀ ਅੱਜ ਦੀ ਕਲਾਸ ਸੀਗੀ, ਸਮਾਪਤ ਕਰਦੇ ਹਾਂ। ਤੇ ਡੇਲੀ ਤੁਹਾਨੂੰ ਇਸੇ ਤਰ੍ਹਾਂ ਕਲਾਸਿਸ ਮਿਲਣਗੀਆਂ, ਤਾਂ ਤੁਸੀਂ ਆਪਣੇ ਬੈਚ ਦੇ ਨਾਲ ਜ਼ਰੂਰ ਜੁੜੋ। ਧੰਨਵਾਦ। ਲਿੰਕ ਤੁਹਾਨੂੰ ਇੱਕ ਆਪਣਾ ਬੈਚ ਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੈਗਾ, ਉੱਥੋਂ ਜਾ ਕੇ ਤੁਸੀਂ ਬੈਚ ਨੂੰ ਜੁਆਇਨ ਕਰ ਸਕਦੇ ਹੋ। ਧੰਨਵਾਦ।